ਪਿੱਛੇ ਜੀ ਭਾਜਪਾ ਵੱਲੋਂ ਕਿਹਾ ਜਾਂਦਾ ਹੈ ਕਿ ਦੇਸ਼ ਦੇ ਵਿੱਚ ਟੂ ਮਚ ਡੈਮੋਕ੍ਰੇਸੀ ਹੈ। ਇੰਨੀ ਜ਼ਿਆਦਾ ਡੈਮੋਕ੍ਰੇਸੀ ਹੈ, ਲੋਕਾਂ ਨੂੰ ਇੰਨੀ ਖੋਲ੍ਹ ਹਰ ਕੋਈ ਆਪਣਾ ਪ੍ਰਗਟਾਵਾ ਕਰ ਸਕਦਾ ਹੈ। ਕੋਈ ਵੀ ਜਿਹੜਾ ਹੈ ਆਪਣਾ ਸਾਰੇ ਜਿਹੜੇ ਹੱਕਾਂ ਦੀ ਚੰਗੀ ਤਰ੍ਹਾਂ ਵਰਤੋਂ ਕਰ ਸਕਦਾ ਹੈ। ਤੇ ਸ਼ਾਇਦ ਪੈਸਿਆਂ ਦੀ ਵਰਤੋਂ ਜਿਹੜੀ ਹੈ ਸਰਕਾਰ ਖੁਦ ਕਰ ਰਹੀ ਹੈ, ਕਿਉਂਕਿ ਇੱਕ ਹੋਰ ਸੂਬਾ ਕਹਿ ਲਈਏ, ਇੱਕ ਹੋਰ ਥਾਂ ਕਹਿ ਲਈਏ, ਹੁਣ ਉੱਥੇ ਜਿਹੜੀ ਸਰਕਾਰ ਹੈ ਡਿੱਗ ਚੁੱਕੀ ਹੈ। ਦੋਸਤੋ ਮੈਂ ਗੱਲ ਕਰ ਰਿਹਾ ਪੌਂਡੂਚੇਰੀ ਦੀ, ਕਿਉਂਕਿ ਪੌਂਡੂਚੇਰੀ ਵਿੱਚ ਸਰਕਾਰ ਜਿਹੜੀ ਹੈ ਡਿੱਗ ਚੁੱਕੀ ਹੈ ਐਂਡ ਉੱਥੇ ਹੁਣ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਚੁੱਕਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ। ਤੇ ਅੱਜ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਅਸੀਂ ਦੱਸ ਰਹੇ ਹਾਂ ਕਿ ਟੂ ਮਚ ਡੈਮੋਕ੍ਰੇਸੀ ਕਲੇਮ ਕਰਨ ਵਾਲੀ ਸਰਕਾਰ ਵਾਕਈ ਕਿਵੇਂ ਡੈਮੋਕ੍ਰੇਸੀ ਦਾ ਘਾਣ ਕਰ ਰਹੀ ਹੈ। ਖੈਰਾ ਸਾਹਿਬ 4-5 ਸੂਬੇ ਤੇ ਆਲਰੇਡੀ ਇਹਨਾਂ ਨੇ ਇੱਦਾਂ ਹੀ ਕੀਤੇ ਕਿ ਜਿਹੜੇ MLA ਕੁਝ ਖਰੀਦ ਲਏ, ਕੁਝ ਨੂੰ ਧਮਕਾ ਲਿਆ, ਆਪਣੇ ਵੱਲ ਰਲਾ ਲਿਆ, ਤੇ ਉੱਥੋਂ ਦੀ ਸਰਕਾਰ ਜਿਹੜੀ ਹੈ ਡਿਗਾ ਦਿੱਤੀ ਤੇ ਚੈਲੰਜ ਕਰ ਦਿੰਦੇ ਨੇ ਕਿ ਤੁਸੀਂ ਆਪਣੀ ਮੈਜੋਰਿਟੀ ਸਾਬਤ ਕਰਕੇ ਦਿਖਾਓ ਜੀ। ਫਿਰ ਉੱਥੋਂ ਦੇ ਜਿਹੜੇ CM ਨੇ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ, ਕੁਝ ਕਾਫੀ ਘੰਟੇ ਕਹਿ ਲਓ, ਕੁਝ ਦਿਨਾਂ ਤੇ ਕਾਫੀ ਹੋਟਲਾਂ ਵਿੱਚ ਲੁਕਾਉਣਾ ਪੈਂਦਾ ਕਿ ਹਾਏ ਕੋਈ ਦੇਖ ਨਾ ਲਵੇ, ਕੋਈ ਖਰੀਦ ਨਾ ਲਵੇ, ਕੋਈ ਵਧੀਆ ਜਿਹੀ ਬੋਲੀ ਨਾ ਲਾ ਦੇਵੇ। ਸੋ ਆਹ ਜਿਹੜਾ ਡੈਮੋਕ੍ਰੇਸੀ ਜਿਹੜੀ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਭਾਰਤ ਦੇ ਵਿੱਚ। ਸੋ ਆਹ ਜਿਹੜਾ ਸਿਸਟਮ ਲਗਾਤਾਰ ਚੱਲਦਾ ਆ ਰਿਹਾ, ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਡੈਮੋਕ੍ਰੇਸੀ ਬਹੁਤ ਜ਼ਿਆਦਾ ਸਾਡੇ ਦੇਸ਼ ਵਿੱਚ ਹੈ, ਦੂਏ ਪਾਸੇ ਡੈਮੋਕ੍ਰੇਸੀ ਦਾ ਜਿਹੜਾ ਘਾਣ ਕੀਤਾ ਜਾ ਰਿਹਾ, ਜਿਹੜਾ ਉਹਨਾਂ ਨੂੰ ਡਰਾ ਕੇ ਧਮਕਾ ਕੇ ਜੋ ਵੀ ਕੀਤਾ ਜਾ ਰਿਹਾ, ਸਰਕਾਰਾਂ ਡਿਗਾਈਆਂ ਜਾ ਰਹੀਆਂ ਨੇ। ਲਗਾਤਾਰ ਜਿਹੜਾ ਪ੍ਰੋਸੈਸ ਇਹ ਚੱਲ ਰਿਹਾ ਮੋਦੀ ਸਰਕਾਰ ਵੱਲੋਂ। ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਈ ਵਾਰ ਤੁਹਾਨੂੰ ਕਿਸੇ ਤੇ ਸ਼ੱਕ ਹੋ ਜਾਵੇ ਨਾ, ਤੇ ਫਿਰ ਤੁਹਾਨੂੰ ਹੁੰਦਾ ਕਿ ਯਾਰ ਉਹਨੇ ਸਾਡੇ ਤੇ ਵਾਰ ਕਰ ਦੇਣਾ, ਤੁਸੀਂ ਬਚਾ ਕੇ ਦੂਸਰੀ ਗਲੀ ਲੰਘਣਾ ਸ਼ੁਰੂ ਕਰ ਦਿੰਦੇ ਹੋ। ਕਈ ਵਾਰੀ ਹੁੰਦਾ ਕਿ ਕਈ ਵਾਰੀ ਤੁਹਾਨੂੰ ਕਿਸੇ ਗਲੀ 'ਚ ਕੁੱਤਾ ਲੱਗਦਾ ਕਿ ਯਾਰ ਇਸ ਗਲੀ 'ਚ ਕੁੱਤਾ ਬਹੁਤ ਹੈ ਜਾਂ ਹੋਰ ਕੋਈ ਜਾਨਵਰ ਬਹੁਤ ਹੈ, ਤੁਸੀਂ ਉਸ ਗਲੀ ਨੂੰ ਵੀ ਬਚਾ ਕੇ ਲੰਘਣਾ ਸ਼ੁਰੂ ਕਰ ਦਿੰਦੇ ਹੋ ਵੀ ਬਈ ਜਾਂਦੇ ਬੰਦੇ ਸਾਡਾ ਪੈਰ ਨਾ ਕੱਟ ਦਿਓ। ਇਹਨਾਂ ਦਾ ਇੱਕ ਮੰਤਰੀ ਸੀਗਾ ਜਿਹਨੇ ਇਹ ਕਿਹਾ ਸੀਗਾ ਵੀ ਬਈ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਡੈਮੋਕ੍ਰੇਸੀ ਬਹੁਤ ਹੈ। ਉਹਨੇ ਇਸ ਸੰਦਰਭ 'ਚ ਕਿਹਾ ਸੀ ਕਿ ਲੋਕੀ ਜਿਹੜੇ ਨੇ ਉਹਨਾਂ ਨੂੰ ਖੁੱਲ੍ਹ ਬਹੁਤ ਹੈ, ਜਦੋਂ ਵੀ ਕੋਈ ਕੰਮ ਕਰਨ ਲੱਗੋ ਤੇ ਉਹ ਭੜਕਾ ਡਾ ਦਿੰਦੇ ਆ। ਜਿੱਦਾਂ ਹੁਣ ਅਸੀਂ ਦੇਖ ਲਈਏ ਕਿ ਪਿੰਡ ਵੱਡਾ ਹੋਵੇ ਤੇ ਮੋਹਤਵਾਰ ਜ਼ਿਆਦਾ ਹੋਣ, ਤੇ ਉਹ ਮੋਹਤਵਾਰ ਜਿਹੜੇ ਹੁੰਦੇ ਸਿਰਫ ਮੋਹਤਵਾਰੀ ਕਰਦੇ ਹੁੰਦੇ, ਕੰਮ ਕੋਈ ਨਹੀਂ ਕਰਦੇ। ਤੁਸੀਂ ਗੁਰਦੁਆਰੇ ਦੀ ਕੋਈ ਇੱਟ ਵੀ ਲਾਉਣੀ ਹੋਵੇ ਤਾਂ ਫਿਰ ਉਹਨਾਂ ਨੇ ਉੱਥੇ ਇਕੱਠੇ ਹੋ ਜਾਣਾ, ਬਈ ਆਹ ਇੱਟ ਜਿਹੜੀ ਆ ਇਸ ਬੰਨੇ ਲਾ ਦਿਓ, ਇੱਥੇ ਨਹੀਂ ਲਾਉਣੀ, ਇੱਥੇ ਲਾ ਦਿਓ, ਆਹ ਬੂਟਾ ਇੱਥੇ ਲੱਗੂ, ਚੰਗਾ ਲੱਗੂਗਾ। ਉਹ ਮਤਲਬ ਡਿਸਕਸ਼ਨ ਕਰਦੇ ਕਰਦੇ 2-3 ਦਿਨ ਤੋਂ ਉਹਨਾਂ ਨੂੰ ਲੱਗ ਜਾਂਦੇ ਆ। ਫਿਰ ਜਦੋਂ ਕੋਈ ਬੰਦਾ ਸਿਆਣਾ ਆਉਂਦਾ ਉਹ ਕਹਿੰਦਾ ਜੀ ਆਪਾਂ ਸਲਾਹਾਂ ਹੀ ਕਰਦੇ ਰਹਿ ਗਏ ਹਾਂ ਜਾਂ ਆਪਾਂ ਕੁਛ ਕਰਾਂਗੇ ਵੀ, ਤਾਂ ਫਿਰ ਉਹ ਗੱਲ ਬਣਦੀ ਹੈ। ਇਹ ਸਰਕਾਰ ਨੂੰ ਵੀ ਇੱਦਾਂ ਲੱਗਦਾ ਸੀ ਕਿ ਟੂ ਮਚ ਡੈਮੋਕ੍ਰੇਸੀ ਹੈ, ਇੱਥੇ ਕੁਝ ਨਹੀਂ ਹੋ ਰਿਹਾ, ਕਿਉਂਕਿ ਲੋਕ ਜਿਹੜੇ ਨੇ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ ਜੀ। ਇਹ ਉਹਨਾਂ ਨੇ ਕਿਸਾਨੀ ਸੰਘਰਸ਼ ਜਿਹੜਾ ਹੈ ਉਹਦੇ ਸੰਦਰਭ 'ਚ ਨਹੀਂ ਇਕੱਲਾ ਕਿਹਾ ਸੀਗਾ, ਬਹੁਤ ਸਾਰੀਆਂ ਹੋਰ ਗੱਲਾਂ ਸੀ। ਉਹਨਾਂ ਨੇ ਬਹੁਤ ਸਾਰੇ ਹੋਰ ਜਿਹੜੇ ਨਵੇਂ ਕਾਨੂੰਨ ਲਿਆਂਦੇ ਸੀਗੇ, ਉਸ ਦੇ ਸੰਦਰਭ ਵਿੱਚ ਵੀ ਇਹ ਗੱਲ ਕਰ ਰਹੇ ਸੀਗੇ। ਜਦੋਂ ਤੁਸੀਂ ਖਰੀਦੋ ਫਰੋਖਤ ਦੀ ਗੱਲ ਕਰਦੇ ਆ ਤੇ ਨਿਤਨ ਗਡਕਰੀ ਜਿਹੜੇ ਨੇ ਜਾਂ ਇਹਨਾਂ ਦੇ ਇੱਕ ਹੋਰ ਦੋ ਇੱਕਾ ਮਿਨਿਸਟਰਸ ਨੇ, ਉਹ ਆ ਕੇ ਕਹਿੰਦੇ ਨੇ ਕਿ ਜੀ ਕਾਂਗਰਸ ਸਰਕਾਰ ਵੀ ਤੇ ਇਹੀ ਕੁਛ ਕਰਦੀ ਸੀ, ਜੇ ਹੁਣ ਅਸੀਂ ਕਰਦੇ ਹਾਂ ਤੁਹਾਨੂੰ ਮਿਰਚਾਂ ਕਿਉਂ ਲੱਗਦੀਆਂ। ਜਦੋਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਕਾਲੇ ਕਾਨੂੰਨ ਦੀ ਗੱਲ ਕਰਦੇ ਹਾਂ, ਕਹਿੰਦੇ ਜੀ ਡਰਾਫਟ ਪ੍ਰਪੋਜ਼ਲ ਜਿਹੜਾ ਸੀਗਾ ਉਹ ਕਾਂਗਰਸ ਨੇ ਕੀਤਾ ਸੀ, ਅਸੀਂ ਲਾਗੂ ਕਰ ਦਿੱਤਾ, ਫਿਰ ਤੁਹਾਨੂੰ ਕੀ ਜਿਹੜੀ ਆ ਹਿੰਡ ਪੈਂਦੀ ਆ। ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਚਲੋ ਉਹ ਵੀ ਕਰਦੇ ਸੀਗੇ, ਪਰ ਖਰੀਦੋ ਫਰੋਖਤ ਹੁੰਦੀ ਹੋਗੀ ਅਸੀਂ ਇੰਨੇ ਐਵੀਡੈਂਟ ਤਰੀਕੇ ਦੇ ਨਾਲ ਕਦੀ ਨਹੀਂ ਦੇਖਿਆ। ਮੈਨੂੰ ਲੱਗਦਾ ਜਿੰਨਾ ਮੇਰਾ ਕਰੀਅਰ ਆ ਸ਼ਾਇਦ ਮੈਂ ਕਦੀ ਨਹੀਂ ਦੇਖਿਆ, ਇਸ ਤੋਂ ਪਹਿਲਾਂ ਕਹਿ ਨਹੀਂ ਸਕਦੇ, ਪਰ ਐਡੇ ਖੁੱਲ੍ਹ ਕੇ ਸ਼ਾਇਦ ਉਹ ਚੀਜ਼ਾਂ ਕਦੇ ਵੀ ਨਹੀਂ ਸੀ ਕਰਦੇ। ਚੀਜ਼ਾਂ ਜਦੋਂ ਆਪਾਂ ਕਹਿੰਦੇ ਹਾਂ ਏਜੰਸੀਆਂ ਨੂੰ ਵਰਤਣਾ, ਏਜੰਸੀਆਂ ਨੂੰ ਕਾਂਗਰਸ ਵੀ ਵਰਤਦੀ ਰਹੀ ਹੈ। JP ਮੂਵਮੈਂਟ ਚੱਲਦਾ, JP ਮੂਵਮੈਂਟ ਚੱਲਿਆ ਇਸ ਕਰਕੇ ਸੀ ਕਿ ਸਰਕਾਰ ਇੱਦਾਂ ਲੱਗਦਾ ਸੀ, ਜਾਂ ਇਹ ਕਹਿ ਲਓ ਕਿ ਕਾਂਗਰਸ ਇੱਦਾਂ ਲੱਗਦਾ ਸੀ ਕਿ ਕਾਂਗਰਸ ਤੋਂ ਬਿਨਾਂ ਕੋਈ ਹੈ ਹੀ ਨਹੀਂ, ਇਸ ਕਰਕੇ JP ਮੂਵਮੈਂਟ ਜਿਹੜਾ ਸ਼ੁਰੂ ਹੋ ਗਿਆ। ਹੁਣ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ, ਬੜੇ ਖੁੱਲ੍ਹ ਕੇ ਸਾਹਮਣੇ ਆ ਗਿਆ, ਨੱਚਣ ਲੱਗ ਪਏ, ਕਹਿੰਦੇ ਵੀ ਹੁਣ ਘੁੰਡ ਵੀ ਨਹੀਂ ਰੱਖਿਆ ਤੇ ਕੁਝ ਹੋਰ ਵੀ ਨਹੀਂ ਰੱਖਿਆ। ਹੁਣ ਜਿਹੜਾ ਕੋਈ ਇਹਨਾਂ ਦੇ ਅੱਗੇ ਬੋਲਦਾ ਉਹ ਜਾਂ ਤਾਂ ਫਿਰ ਦੇਸ਼ ਦਰੋਹੀ ਆ ਜਾਂ ਫਿਰ UAPA ਲਾ ਕੇ ਉਹਨੂੰ ਅੰਦਰ ਵਾੜ ਦਿੰਦੇ ਨੇ। ਹੁਣ ਇਹ ਗੱਲ ਵੇਖਣ ਵਾਲੀ ਗੱਲ ਹੈ ਕਿ ਇਹ ਕਦੋਂ ਤੱਕ ਚੱਲੇਗਾ। ਡੈਮੋਕ੍ਰੇਸੀ ਦੀ ਜਦੋਂ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਤੇ ਇਹ ਡੈਮੋਕ੍ਰੇਸੀ ਨਹੀਂ ਹੈਗੀ। ਹੁਣ ਬਾਰ-ਬਾਰ ਗੱਲਾਂ ਉਹੀ ਨੇ, ਪਰ ਉਹ ਗੱਲਾਂ ਨੂੰ ਜਾਣਾ ਜਾਂ ਗੱਲਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ। ਦਿਸ਼ਾ ਰਵੀ ਨੇ ਆਪਣੇ ਵਕੀਲ ਥਰੂ ਕਿਹਾ ਕਿ ਜੇ ਮੈਂ ਸਰਕਾਰ ਦੇ ਖਿਲਾਫ ਬੋਲਦੀ ਹਾਂ ਤੇ ਸਰਕਾਰ ਕਹਿੰਦੀ ਹੈ ਕਿ ਮੈਂ ਦੇਸ਼ ਦਰੋਹੀ ਹਾਂ, ਤਾਂ ਫਿਰ ਮੈਂ ਕਹਿੰਦੀ ਜੇਲ੍ਹ 'ਚ ਹੀ ਚੰਗੀ ਹਾਂ। ਜਦੋਂ ਕੱਲ੍ਹ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਮਿਲਦੀ ਹੈ ਤੇ ਉਹਦੇ ਜਿਹੜਾ ਜੱਜ ਨੇ, ਸੈਸ਼ਨ ਕੋਰਟ ਦੇ ਜੱਜ ਨੇ, ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਇਹਦਾ ਕੋਈ ਮਤਲਬ ਨਹੀਂ ਕਿ ਜੇ ਕੋਈ ਸਰਕਾਰ ਦੀ ਜਿਹੜੇ ਨੀਤੀਆਂ ਉਹਨਾਂ ਤਵੱਕੋ ਨਹੀਂ ਰੱਖਦਾ ਤੇ ਉਹ ਦੇਸ਼ ਦਰੋਹੀ ਆ ਜਾਂ ਸਰਕਾਰ ਉਹਨੂੰ ਗਲਤ ਕਹਿ ਦੇਵੇ। ਹੁਣ ਸਿਸਟਮ ਦੀ ਗੱਲ ਕਰਦੇ ਆ ਤੇ ਸਿਸਟਮ ਕ੍ਰੀਏਟ ਬੜਾ ਗੰਦਾ ਕਰ ਦਿੱਤਾ। ਇਸ ਸਿਸਟਮ ਦੇ ਨਾਲ ਲੜਨ ਦੇ ਲਈ ਸਾਨੂੰ ਬਹੁਤ ਕੁਝ ਚਾਹੀਦਾ ਆ, ਔਰ ਜਿਹਦੇ ਵਿੱਚੋਂ ਇੱਕ ਹੈ ਕਿ ਲੋਕਾਂ ਦਾ ਹਮਲਾ ਬਹੁਤ ਜ਼ਰੂਰੀ ਹੈ। ਆਮ ਲੋਕ ਜਦੋਂ ਉੱਠ ਖੜੇ ਹੁੰਦੇ ਨੇ ਨਾ, ਜਿਹਨੂੰ ਚਾਹੇ ਅਸੀਂ ਭੀੜ ਕਹਿ ਲਈਏ, ਤੇ ਉਸ ਭੀੜ ਦਾ ਫਿਰ ਕੋਈ ਸਾਨੀ ਨਹੀਂ ਹੈਗਾ, ਭੀੜ ਦੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ ਜੀ। ਖੈਰ ਸਾਹਿਬ, ਹੁਣ ਇੱਕ ਫੇਰ ਆਪਾਂ ਗੱਲ ਕਰਦੇ ਹਾਂ ਮੋਦੀ ਸਰਕਾਰ ਦੀ। ਤਾਂ ਮੋਦੀ ਜੀ ਹੁਣ ਪੌਂਡੂਚੇਰੀ ਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਦੂਸਰਾ ਗੇੜਾ ਮਾਰ ਰਹੇ ਨੇ।
ਮਤਲਬ ਨਾ ਜਿਹੜੀ ਪੂਰੀ ਸਰਕਾਰ ਹੈ ਉਹ ਸਿਰਫ ਤੇ ਸਿਰਫ ਆਹੀ ਕੋਸ਼ਿਸ਼ਾਂ ਲੱਗੀ ਹੈ ਕਿ ਬਸ ਅਸੀਂ ਹਰ ਸੂਬੇ ਦੇ ਵਿੱਚ ਸਿਰਫ ਭਾਜਪਾ ਹੀ ਖੜਾ ਕਰਦੀ ਹੈ। ਅਗਰ ਇੱਕੀ ਦੁੱਕੀ ਜਿਹੜਾ ਸੂਬਾ ਜਿਹੜਾ ਤੰਗ ਕਰਦਾ ਵੀ ਹੈ, ਜਾਂ ਪੰਜਾਬ ਜਾਂ ਹਰਿਆਣਾ ਦੀ ਗੱਲ ਕਰ ਲਓ, ਜਾਂ ਥੋੜੇ ਦੋ ਤਿੰਨ ਹੋਰ ਗੱਲ ਕਰ ਲਈਏ, ਸੋ ਬਸ ਜਿਹੜੇ ਹੋਰ ਸੂਬੇ ਨੇ ਉਹਨਾਂ ਨੇ ਮੈਜੋਰਿਟੀ ਵਿੱਚ ਰੱਖਣਾ ਚਾਹੁੰਦੀ ਹੈ, ਤਾਂ ਜੋ ਅਗਰ ਕੁਝ ਕੁ ਜਗ੍ਹਾ ਤੇ ਅਗਰ ਪਰੇਸ਼ਾਨੀ ਹੁੰਦੀ ਵੀ ਉੱਥੇ ਆਪਾਂ ਆਪਣਾ ਧੌਂਸ ਜਮਾ ਲਾਂਗੇ, ਆਪਣਾ ਹੱਕ ਜਮਾ ਲਾਂਗੇ, ਆਪਣਾ ਜਿਹੜਾ ਜ਼ੋਰ ਹੈ ਉਹਦੀ ਅਜਮਾਇਸ਼ ਅਸੀਂ ਚੰਗੀ ਤਰ੍ਹਾਂ ਕਰ ਲਵਾਂਗੇ। ਕਿਉਂਕਿ ਤੁਸੀਂ ਇੱਕ ਵਾਰ ਵੀ ਕਿਸਾਨਾਂ ਦੇ ਕੋਲ ਨਹੀਂ ਜਾਂਦੇ, ਇਹ ਗੱਲਾਂ ਅਸੀਂ ਕਾਫੀ ਵਾਰ ਕਹਿ ਚੁੱਕੇ ਹਾਂ। ਕਿਉਂਕਿ ਸੇਮ ਟਾਈਮ ਤੇ ਪਹਿਲਾਂ ਪਿੱਛੇ ਜਾ ਕੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਮਿਲਦੇ ਨੇ, ਗੁਜਰਾਤ ਦੇ ਕਿਸਾਨਾਂ ਨੂੰ ਮਿਲਦੇ ਨੇ, ਮਤਲਬ ਬੇਸ਼ਰਮੀ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਚੱਲ ਰਿਹਾ। ਹੁਣ ਤੁਸੀਂ ਪੌਂਡੀਚੇਰੀ ਦੇ ਵਿੱਚ ਆਪਣੀ ਸਰਕਾਰ ਨੂੰ ਦੁਬਾਰਾ ਬਣਾਉਣ ਦੇ ਲਈ, ਜਾਂ ਮੈਜੋਰਿਟੀ ਸਾਬਤ ਕਰਨ ਦੇ ਲਈ, ਜਾਂ ਫਿਰ ਖਰੀਦੋ ਫਰੋਖਤ ਕਰਨ ਦੇ ਲਈ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ। ਤੁਹਾਡੇ ਕੋਲ 1 ਸਕਿੰਟ ਦਾ ਸਮਾਂ ਨਹੀਂ ਹੈ ਕਿਸਾਨਾਂ ਬਾਰੇ ਗੱਲਬਾਤ ਕਰਨ ਦੇ ਲਈ ਕਿ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੇ ਬੇਸ਼ਰਮੀ ਦਾ ਸਿਲਸਿਲਾ ਜਿਵੇਂ ਬਾਰ-ਬਾਰ ਮੈਂ ਕਹਿ ਰਿਹਾ ਉਹ ਵਧੀ ਜਾ ਰਿਹਾ। ਤੁਹਾਡੇ ਕੋਲ 3 ਸਕਿੰਟ ਨਹੀਂ ਹੈ, 3 ਮਿੰਟ ਨਹੀਂ ਹੈ, 3 ਲਫ਼ਜ਼ ਨਹੀਂ ਬੋਲੇ ਜਾ ਰਹੇ ਉਹਨਾਂ ਦੇ ਲਈ। 3 ਮਹੀਨਿਆਂ ਤੋਂ ਵੱਧ ਉੱਥੇ ਬੈਠ ਚੁੱਕੇ ਨੇ। 250 ਤੋਂ ਵੱਧ ਜਿਹੜੇ ਲੋਕ ਨੇ ਤੇ ਸ਼ਹੀਦ ਹੋ ਚੁੱਕੇ ਨੇ। ਸੋ ਤੁਸੀਂ ਤੁਹਾਡੇ ਜਿਹੜੇ ਮੰਤਰੀ ਨੇ ਕਦੀ ਉਹਨਾਂ ਨੂੰ ਭੀੜ ਆਖ ਦਿੰਦੇ ਨੇ, ਕਦੀ ਅੰਦੋਲਨ ਜਿਵੇਂ ਤੁਸੀਂ ਆਪ ਕਹਿ ਚੁੱਕੇ ਹੋ। ਹਲੇ ਵੀ ਮੈਂ ਬਣਾਉਣ ਦਾ ਬਿਆਨ ਦੇਖ ਰਿਹਾ, ਕਹਿੰਦੇ ਅਸੀਂ ਤਾਂ MSP ਦੇ ਉੱਪਰ ਇੰਨਾ ਵੱਡਾ ਵਾਅਦਾ ਕਰ ਦਿੱਤਾ ਕਿ ਪੁੱਛੋ ਹੀ ਕੁਛ ਨਾ, ਅਸੀਂ ਜੋ ਕਰਤਾ ਜੀ ਅਸੀਂ ਕਰਤਾ। ਵਾਕਈ ਜੋ ਉਹਨਾਂ ਨੇ ਕਰਤਾ ਸਿਰਫ ਇਹਨਾਂ ਨੇ ਕੀਤਾ। ਤੁਸੀਂ ਬਾਕੀ ਗੱਲ ਕਰ ਸੀਗੇ ਕਿ ਇਹ ਕਹਿੰਦੇ ਨੇ ਕਿ ਜੋ ਕਾਂਗਰਸ ਨੇ ਕੀਤਾ ਅਸੀਂ ਵੀ ਤਾਂ ਉਹੀ ਕੁਝ ਕਰਦੇ ਪਏ ਹਾਂ। ਹੁਣ ਕਾਂਗਰਸ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਜਿੰਨੇ ਸਾਲ ਵੀ ਰਾਜ ਕੀਤਾ, ਕੁਝ ਚੰਗਾ ਕੰਮ ਕੀਤਾ, ਕੁਝ ਮਾੜਾ ਕੰਮ ਕੀਤਾ, ਚੋਰੀਆਂ ਵੀ ਕੀਤੀਆਂ। ਹੁਣ ਤੁਸੀਂ ਕੀ ਉਹਨਾਂ ਦਾ ਨਾਮ ਲੈ ਕੇ ਚੋਰੀਆਂ ਵੀ ਕਰੋਗੇ? ਕਾਫੀ ਸਾਰੇ ਜਿਹੜੇ ਕੰਮ ਗਲਤ ਕੀਤੇ ਤੁਸੀਂ ਉਹਨਾਂ ਦਾ ਨਾਮ ਲੈ ਕੇ ਕੰਮ ਗਲਤ ਵੀ ਕਰ ਰਹੇ ਹੋ, ਪਰ ਤੁਸੀਂ ਬਸ ਉਹਨਾਂ ਦਾ ਹਵਾਲਾ ਦੇਈ ਜਾ ਰਹੇ ਹੋ ਕਿ ਜੀ ਨਹਿਰੂ ਨੇ ਵੀ ਇੱਦਾਂ ਕੀਤਾ ਸੀ, ਗਾਂਧੀ ਨੇ ਵੀ ਇੱਦਾਂ ਕੀਤਾ ਸੀ, ਸੋਨੀਆ ਗਾਂਧੀ ਨੇ ਵੀ ਇੱਦਾਂ ਕੀਤਾ, ਕਿ ਯਾਨੀ ਕਿ ਮਨਮੋਹਨ ਸਿੰਘ ਹੋਣਾ ਨੇ ਵੀ ਇੱਦਾਂ ਕੀਤਾ। ਸੋ ਯਾਨੀ ਕਿ ਤੁਸੀਂ ਅਗਰ ਕੁਝ ਵੀ ਗਲਤ ਕਰ ਰਹੇ ਹੋ, ਤੁਸੀਂ ਪੁਰਾਣੀਆਂ ਸਰਕਾਰਾਂ ਦਾ ਹਵਾਲਾ ਦੇਣਾ ਕਦੋਂ ਤੱਕ ਬੰਦ ਹੋਵੇਗਾ? ਆਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ, ਕਦੋਂ ਤੱਕ? ਹੁਣ ਜੇਕਰ ਆਪਾਂ ਗੱਲ ਕਰਦੇ ਹਾਂ ਪੈਟਰੋਲ ਦੇ ਦਾਮ ਵਧੀ ਜਾਂਦੇ ਆ, ਕਹਿੰਦੇ ਨਹੀਂ ਜੀ ਤੁਸੀਂ ਪਹਿਲੇ ਸਮੇਂ ਵੀ ਵਧੇ ਸੀਗੇ ਔਰ ਤੁਸੀਂ ਬੋਲੇ ਨਹੀਂ, ਜਾਂ ਫਿਰ ਹਾਂ ਕਾਰਨ ਸੀਗਾ ਜਾਂ ਉਹ ਕਾਰਨ ਸੀਗੇ। ਸੋ ਹੋਰਾਂ ਗੱਲਾਂ ਦੇ ਵਿੱਚ, ਹੋਰਾਂ ਮਸਲਿਆਂ ਦੇ ਵਿੱਚ ਜਿਹੜਾ ਉਲਝਾਉਣ ਦਾ ਜਿਹੜਾ ਕੰਮ ਹੈ ਬੀਜੇਪੀ ਦਾ, ਉਹ ਸ਼ੁਰੂ ਤੋਂ ਸੇਮ ਹੀ ਰਿਹਾ ਵਾ। ਜਿਹੜਾ ਮੇਨ ਮਸਲੇ ਆ ਉਹਨਾਂ ਉੱਪਰ ਜੇ ਸਰਕਾਰ ਜਿਹੜੀ ਹੈ ਉਹ ਚੁੱਪ ਜੀ ਬੈਠੀ ਹੋਈ ਹੈ। ਸੋ ਥੋੜਾ ਜਿਹਾ ਹੋਰ ਆਪਾਂ ਇੱਧਰ ਨੂੰ ਚੱਲਦੇ ਹਾਂ, ਗੁਜਰਾਤ ਵੱਲ ਚੱਲਦੇ ਹਾਂ। ਗੁਜਰਾਤ ਦੇ ਵਿੱਚ ਜਿਵੇਂ ਕੱਲ ਅਸੀਂ ਗੱਲ ਕੀਤੀ ਸੀ ਕਿ ਮੋਟੇਰਾ ਜਿਹੜਾ ਸਟੇਡੀਅਮ ਹੈ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ, ਉਹਦਾ ਨਾਮ ਬਦਲ ਕੇ ਨਰਿੰਦਰ ਸਿੰਘ ਮੋਦੀ ਦੇ ਨਾਮ ਤੇ ਸਟੇਡੀਅਮ ਰੱਖ ਦਿੱਤਾ ਜਾਂਦਾ ਹੈ। ਪਹਿਲੀ ਵਾਰ ਇਤਿਹਾਸ ਦੇ ਵਿੱਚ ਇੱਦਾਂ ਹੋਇਆ ਕਿ ਇੱਕ ਜਿਉਂਦੇ ਜਾਗਦੇ ਵਿਅਕਤੀ ਦੇ ਉੱਪਰ, ਉਹਦੇ ਨਾਮ ਦੇ ਉੱਪਰ ਇੱਕ ਸਟੇਡੀਅਮ ਦਾ ਨਾਮ ਰੱਖ ਦਿੱਤਾ ਜਾਵੇ। ਤਾਂ ਹਮੇਸ਼ਾ ਅਸੀਂ ਦੇਖਦੇ ਹਾਂ ਜਦੋਂ ਬੰਦਾ ਪਰਲੋਕ ਸਿਧਾਰ ਜਾਂਦਾ, ਦੁਨੀਆ ਤੋਂ ਜਦੋਂ ਵਿਛੋੜਾ ਦੇ ਜਾਂਦਾ, ਫਿਰ ਉਹਦੀ ਯਾਦ ਵਿੱਚ ਕੀਤਾ ਜਾਂਦਾ। ਪਰ ਇਸ ਵਿਅਕਤੀ ਵੱਲੋਂ ਆਪਣੇ ਆਪ ਲਈ ਕਿਵੇਂ, ਮਤਲਬ ਤੁਹਾਡੀ ਸਰਕਾਰ ਜਿਹੜੀ, ਹਰ ਇੱਕ ਨੂੰ ਪਤਾ ਸਰਕਾਰਾਂ ਵੀ ਆਪਣੀਆਂ, ਰਾਸ਼ਟਰਪਤੀ ਸਾਹਿਬ ਕਿਹੜਾ ਬੇਗਾਨੇ ਨੇ, ਹਨਾ, ਇੱਕ ਫੋਨ ਤੇ ਦੂਰ ਹੀ ਬੈਠ ਤੇ ਨੰਬਰ ਸਿਰਫ ਉਹਨਾਂ ਕੋਲ ਹੀ ਆ, ਤੇ ਉਹ ਕਿਵੇਂ ਉੱਥੇ ਜਾ ਕੇ ਘੋਸ਼ਣਾ ਕਰਦੇ ਨੇ, ਨਵਾਂ ਨਾਮ ਦਿੰਦੇ ਨੇ ਤੇ ਮੋਦੀ ਸਾਹਿਬ ਉਹਨਾਂ ਦਾ ਨਾਮ ਦਿੰਦੇ ਨੇ, ਇੱਕ ਵੱਖਰਾ ਜਿਹੀ ਗੱਲ ਲੱਗਦਾ। ਤੇ ਜਦੋਂ ਸਟੇਡੀਅਮ ਐਂਡ ਹੁੰਦੇ ਨੇ ਦੋਸਤੋ, ਸਟੇਡੀਅਮ ਐਂਡ ਹੁੰਦੇ ਨੇ, ਜਿੱਦਾਂ ਬੋਲਿੰਗ ਐਂਡ ਹੋ ਰਹੀ ਹੈ ਤੇ ਉਹਦਾ ਵੱਖਰਾ ਨਾਮ ਹੁੰਦਾ ਜੀ, ਕਿਸੇ ਕ੍ਰਿਕਟਰ ਦੇ ਨਾਮ ਤੇ ਹੁੰਦਾ ਵਾ ਐਂਡ, ਜਾਂ ਕਿਸੇ ਹੋਰ ਪਵੇਲੀਅਨ ਐਂਡ ਜਿੱਦਾਂ ਜਿਵੇਂ ਹੁੰਦਾ ਵਾ। ਸੋ ਕੱਲ੍ਹ ਦੀ ਜਿਹੜੀ ਗਰਾਊਂਡ ਸੀਗੀ ਉੱਥੇ ਇੱਕ ਪਵੇਲੀਅਨ ਐਂਡ ਸੀਗਾ, ਇੱਕ ਪਾਸੇ ਰਿਲਾਇੰਸ ਐਂਡ, ਦੂਜੇ ਪਾਸੇ ਸੀਗਾ ਅਡਾਨੀ ਐਂਡ। ਸੋ ਸਾਫ਼ ਕਲੀਅਰ ਹੋ ਚੁੱਕਾ ਹੈ ਜਿਹੜੀਆਂ ਗੱਲਾਂ ਜਿਹੜੀਆਂ ਨੇ ਰਾਹੁਲ ਗਾਂਧੀ ਕਹਿੰਦੇ ਨੇ, ਜਾਂ ਫਿਰ ਪਹਿਲਾਂ ਵੀ ਜਿਹੜੇ ਕਿਸਾਨ ਆਗੂ ਵੀ ਕਾਫੀ ਦੇਰ ਤੋਂ ਕਹਿੰਦੇ ਸੀਗੇ ਕਿ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਹੀ ਸਰਕਾਰ ਹੈ ਤੇ ਉਹੀ ਉਹਨਾਂ ਦੀ ਤੂਤੀ ਬੋਲਦੀ ਹੈ ਤੇ ਉਹਨਾਂ ਦੇ ਹੀ ਮੈਂ ਕਹਿੰਦਾ ਸਾਰੇ ਜਿਹੜੀ ਸਰਕਾਰ ਹੈ ਸਾਰੀ ਚਲਦੀ ਪਈ ਹੈ। ਸੋ ਉਹ ਦੇਖ ਕੇ ਤੇ ਵਾਕਈ ਕਰ ਸਭ ਵਾਕਈ ਹੈਰਾਨਗੀ ਹੁੰਦੀ ਹੈ ਕਿ ਕੀ ਸਰਕਾਰੀ ਹੈ ਜਾਂ ਫਿਰ ਇੱਦਾਂ ਦਾ ਕਿ ਪ੍ਰਾਈਵੇਟ ਜਿਹੜੇ ਸੈਕਟਰ ਨੇ, ਜਿਹੜੇ ਕਾਰਪੋਰੇਟ ਘਰਾਣੇ ਨੇ, ਅਡਾਨੀ ਤੇ ਅੰਬਾਨੀ, ਉਹਨਾਂ ਨੇ ਪ੍ਰਧਾਨ ਮੰਤਰੀ ਰੱਖਿਆ ਹੋਇਆ ਹੈ। ਪਾਵਰ ਤੇ ਅਸਲੀ ਉਹਨਾਂ ਕੋਲ ਹੀ ਆ। ਜਦੋਂ ਅਸੀਂ ਕੱਲ੍ਹ ਦੀਆਂ ਖਬਰਾਂ ਦੇਖਦੇ ਹਾਂ ਤੇ ਕੱਲ੍ਹ ਦੀ ਖਬਰ ਦੇ ਵਿੱਚ ਸਾਨੂੰ ਇੱਕ ਟਵੀਟ ਜਿਹੜਾ ਹੈ ਅਖਬਾਰਾਂ ਨੇ ਛਾਪਿਆ ਹੋਇਆ, ਉਹਦੇ ਵਿੱਚ ਲਿਖਿਆ ਕਿ ਆਹ 2 ਐਂਡ ਬਣਾ ਦਿੱਤੇ ਆ, ਸਾਬਤ ਕਰ ਦਿੱਤਾ ਕਿ ਹਮ ਦੋ ਤੇ ਹਮਾਰੇ ਦੋ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਇਹ ਸਰਕਾਰ ਨੂੰ ਸ਼ਾਇਦ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜਦੋਂ ਸਰਕਾਰ ਬੇਪਰਵਾਹ ਹੋ ਜਾਵੇ। ਬੇਪਰਵਾਹ ਤੇ ਹੋਇਆ ਹੀ ਹੈ, ਲਾਪਰਵਾਹ ਵੀ ਹੈ। ਲਗਾਤਾਰ ਲੋਕ ਜਿਹੜੀ ਗੱਲ ਦਾ ਵਿਰੋਧ ਕਰ ਰਹੇ ਨੇ, ਇਹ ਖਿੱਚ ਕੇ ਈਗੋ ਦੇ ਨਾਲ ਉਹ ਚੀਜ਼ ਸਾਹਮਣੇ ਲੈ ਕੇ ਆਉਂਦੇ ਨੇ ਜੀ। ਹੁਣ ਅਸੀਂ ਬਾਰ-ਬਾਰ ਗੱਲਾਂ ਕਰ ਰਹੇ ਹਾਂ ਕਿ ਰਿਲਾਇੰਸ ਕਾਰਪੋਰੇਟ, ਅਡਾਨੀ, ਅੰਬਾਨੀ, ਇਹਨਾਂ ਦੇ ਨਾਲ ਇਹਨਾਂ ਦੇ ਹੱਥ ਬਹੁਤ ਨੇ। ਤੁਸੀਂ ਦੇਖ ਲਓ, ਕੋਈ ਵੀ ਤਕਰੀਰ ਹੋਣ ਦੀ ਸਰਕਾਰੀ, ਕੋਈ ਵੀ ਕੰਟਰੈਕਟ ਜਾ ਰਿਹਾ ਸਰਕਾਰੀ, ਵਿਸਟਾ ਪ੍ਰੋਜੈਕਟ ਹੋ ਜਾਵੇ ਕੋਈ, ਮਤਲਬ ਇਹ ਉਹਨਾਂ ਲੋਕਾਂ ਨੂੰ ਦੇ ਰਹੇ ਆ ਜਿਨ੍ਹਾਂ ਲੋਕਾਂ ਦਾ ਅਸੀਂ ਵਿਦਰੋਹ ਕਰ ਰਹੇ ਹਾਂ। ਇੰਨਾ ਖੁੱਲ੍ਹ ਕੇ ਸਾਹਮਣੇ ਵੀ ਅਸੀਂ ਦੱਸਣ ਵਾਲੀ ਗੱਲ ਕਿ ਦਮਨਕਾਰੀ ਨੀਤੀਆਂ ਇਹਨਾਂ ਦੀਆਂ। ਇਹ ਚਾਹੁੰਦੇ ਨੇ ਕਿ ਬਈ ਅਸੀਂ ਜੋ ਕਰ ਦਿੱਤਾ ਉਹ ਸਹੀ ਹੈ। ਮੈਂ ਬਾਰ-ਬਾਰ ਦੱਸ ਚੁੱਕਿਆ, ਜਦੋਂ ਅਸੀਂ ਫਾਸ਼ੀਵਾਦੀ ਦੀ ਫਿਲਾਸਫੀ ਸਮਝਦੇ ਹਾਂ ਨਾ, ਤੇ ਫਾਸ਼ੀਵਾਦੀ ਦਾ ਮਤਲਬ ਇਹ ਹੁੰਦਾ ਕਿ ਜੋ ਮੈਂ ਕਰ ਦਿੱਤਾ ਉਹ ਸਹੀ ਹੈ। ਜਿਵੇਂ ਹੁੰਦਾ ਨਾ ਕਿ ਕਹਿੰਦੇ ਕਿ ਪ੍ਰਜਾ ਦੇ, ਜਦੋਂ ਪਹਿਲੇ ਜ਼ਮਾਨੇ 'ਚ ਹੁੰਦੇ ਸੀ ਤਾਨਾਸ਼ਾਹ ਰਾਜੇ ਹੁੰਦੇ ਸੀਗੇ, ਉਹ ਰਾਜੇ ਨੇ ਕਹਿ ਦਿੱਤਾ ਵੀ ਤੁਸੀਂ ਮੈਨੂੰ ਇੰਨਾ ਲਗਾਨ ਦੇਣਾ ਤੇ ਇੰਨਾ ਲਗਾਨ ਤੁਸੀਂ ਦੇਣਾ ਹੀ ਆ, ਚਾਹੇ ਕਿਸੇ ਕੋਲੇ 1 ਕਿੱਲਾ ਹੋਵੇ, ਚਾਹੇ ਕੋਈ 2 ਕਿੱਲੇ ਹੋਵੇ, ਚਾਹੇ ਕੋਈ 100 ਕਿੱਲਾ ਹੋਵੇ ਤੇ ਚਾਹੇ ਕੋਈ 4 ਕਿੱਲੇ ਹੋਵੇ। ਸੋ ਇਦਾਂ ਦੀਆਂ ਨੀਤੀਆਂ ਨੇ। ਇਹਨਾਂ ਨੂੰ ਇਹ ਨਹੀਂ ਕਿ ਪਿੱਛੇ ਕੀ ਤਰਕ ਹੈ, ਪਿੱਛੇ ਕੀ ਇੰਟੈਲੈਕਟ ਜਾਣ ਡਿਆ। ਇਹਨਾਂ ਨੇ ਜੋ ਕਹਿ ਦਿੱਤਾ ਸ਼ਾਇਦ ਉਹ ਲਕੀਰ ਤੇ ਫਕੀਰ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਨ ਦੀ ਕੋਲ ਕਰਦੇ ਨੇ ਜੀ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਬਹੁਤ ਵੱਡਾ ਸਟੈਚੂ ਆਫ ਯੂਨਿਟੀ ਦੱਸਿਆ।
ਉਹ ਤੁਸੀਂ ਕਹਿੰਦੇ ਹੋ ਕਿ ਜਦੋਂ ਕੋਈ ਬੰਦਾ ਨਹੀਂ ਰਹਿੰਦਾ, ਫੌਤ ਹੋ ਜਾਂਦਾ, ਉਦੋਂ ਮਗਰੋਂ ਜਿਹੜੀਆਂ ਨੇ ਉਹ ਉਦੋਂ ਬਾਅਦ ਤੋਂ ਇਬਾਰਤਾਂ ਬਣਦੀਆਂ ਨੇ, ਉਹ ਇਬਾਰਤਾਂ ਉਹਦੀ ਯਾਦਗਾਰੀ ਬਣਦੀਆਂ ਨੇ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਜਦੋਂ ਸਾਡੇ ਮੁਲਕ ਦੇ ਵਿੱਚ ਇੱਦਾਂ ਨਹੀਂ ਹੈ, ਇੱਥੇ ਇੱਦਾਂ ਹੋ ਗਿਆ ਕਿ ਜੇ ਤਾਂ ਹੁਣ ਕੋਈ ਹਾਕੀ ਦਾ ਪਲੇਅਰ ਹੈ ਤੇ ਉਹ ਵਿਚਾਰਾ ਹਾਕੀ ਦਾ ਇਕੱਲਾ ਪਲੇਅਰ ਹੈ, ਉਹਦੇ ਨਾਂ ਤੇ ਨਾ ਕੋਈ ਹੁਣ ਸਕੂਲ ਹੈ ਤੇ ਨਾ ਕੋਈ ਕਾਲਜ ਹੈ ਜੀ। ਹੁਣ ਇਹ ਆ ਕਿ ਜੇ ਮੇਰਾ ਚਾਚਾ ਜਿਹੜਾ ਹੈ ਉਹ ਕੋਈ MP ਆ, MLA ਆ, ਤਾਂ ਫਿਰ ਉਹਦੇ ਨਾਂ ਤੇ ਸਕੂਲ ਹੋ ਸਕਦਾ। ਮੇਰੇ ਜਿਹੜੇ ਖੇਡਦੇ ਨੇ ਜਾਂ ਜਿਹੜਾ ਦੇਸ਼ ਤੋਂ ਜਾਨਾਂ ਵਾਰਦੇ ਨੇ ਉਹਨਾਂ ਦੇ ਨਾਂ ਤੇ ਨਹੀਂ। ਆਪਾਂ ਜਦੋਂ ਪੋਲੀਟੀਕਲ ਐਨਾਲਿਸਿਸ ਦੀ ਗੱਲ ਕਰਦੇ ਹਾਂ, ਰਾਜਨੀਤਿਕ ਵਿਆਖਿਆ ਦੀ ਗੱਲ ਕਰਦੇ ਹਾਂ, ਤੇ ਜਿਹੜੇ ਰਾਜਨੀਤਿਕ ਪ੍ਰਸੰਗ ਦੇ ਵਿੱਚ ਲੋਕੀ ਗੱਲ ਕਰਦੇ ਨੇ, ਜਿਹੜੇ ਮਾਹਿਰ ਨੇ, ਉਹ ਕਹਿੰਦੇ ਨੇ ਕਿ ਮੋਦੀ ਸਾਹਿਬ ਉਹ ਲੋਕਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਸੈਲਫ ਅਕਲੇਮਡ ਯਾਨੀ ਕਿ ਆਪਣੀ ਪ੍ਰਸ਼ੰਸਾ ਕਰਾਉਣ ਵਾਲੇ, ਆਪਣੇ ਆਪ ਨੂੰ ਮਹਾਨ ਦੱਸਣ ਵਾਲੇ ਲੋਕਾਂ ਦੇ ਵਿੱਚ ਇਹ ਆਉਂਦੇ ਨੇ ਜੀ। ਉਹ ਕਹਿੰਦੇ ਜਦੋਂ ਵਿਸਟਾ ਪ੍ਰੋਜੈਕਟ ਜਿਹੜਾ ਹੁਣ ਨਵਾਂ ਪਾਰਲੀਮੈਂਟ ਬਣਨਾ ਆ, ਜਿਹਦੇ ਵਿੱਚ ਦੋਨੋਂ ਹਾਊਸ ਦੇ ਲੋਕ ਜਿਹੜੇ ਇਕੱਠੇ ਬੈਠ ਸਕਦੇ ਨੇ, ਲੋਕ ਸਭਾ ਤੇ ਰਾਜ ਸਭਾ, ਇਹ ਕਹਿੰਦੇ ਪ੍ਰੋਜੈਕਟ ਦੀ ਲੋੜ ਕੋਈ ਨਹੀਂ ਸੀ। ਤੇ ਫਿਰ ਕਿਸੇ ਨੇ ਪੁੱਛਿਆ ਜੀ ਇਹ ਪ੍ਰੋਜੈਕਟ ਬਣਾਇਆ ਕਿਉਂ? ਉਹ ਕਹਿੰਦੇ ਜੀ ਜਦੋਂ ਰਾਜੇ ਮਹਾਰਾਜੇ ਚਾਹੁੰਦੇ ਨੇ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਜਾਵੇ ਤੇ ਫਿਰ ਉਹ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਨੇ। ਚਾਹੇ ਅਸੀਂ ਅਸ਼ੋਕਾ ਦੇ ਸ਼ਿਲਾਲੇਖਾਂ ਦੀ ਗੱਲ ਕਰ ਲਈਏ, ਜਾਂ ਫਿਰ ਤੁਸੀਂ ਕਹਿ ਲਓ ਕਿ ਜਦੋਂ ਸਾਡੇ ਇੱਥੇ ਗੌਰੀ ਮੁਹੰਮਦ ਹੁਣਾਂ ਦਾ ਰਾਜ ਹੁੰਦਾ ਸੀ ਤੇ ਇੱਕ ਡਿਫਰੈਂਟ ਆਰਕੀਟੈਕਚਰ ਹੁੰਦਾ ਸੀਗਾ, ਔਰ ਜਦੋਂ ਅਸੀਂ ਕਹਿੰਦੇ ਮੁਗਲਾਂ ਦਾ ਰਾਜ ਆ ਗਿਆ ਤਾਂ ਇੱਕ ਡਿਫਰੈਂਟ ਆਰਕੀਟੈਕਚਰ ਆ ਗਿਆ। ਅਸੀਂ ਮੁਗਲ ਆਰਕੀਟੈਕਚਰ ਕਹਿੰਦੇ ਹਾਂ, ਅਸੀਂ ਹਿੰਦੂ ਆਰਕੀਟੈਕਚਰ ਕਹਿੰਦੇ ਹਾਂ, ਅਸੀਂ ਅਸ਼ੋਕਾ ਪੀਰੀਅਡ ਕਹਿੰਦੇ ਹਾਂ। ਉਹ ਇੱਕ ਤਰੀਕੇ ਨਾਲ ਇਬਾਰਤਾਂ ਨੇ, ਇਬਾਰਤਾਂ ਦੱਸ ਰਹੀਆਂ ਨੇ ਕਿ ਇਹ ਲੋਕ ਹੋਏ ਸੀਗੇ, ਰਹਿੰਦੀ ਦੁਨੀਆ ਤੱਕ ਅਜੇ ਵੀ ਉਹਨਾਂ ਤੱਕ ਦੇ ਨਾਮ ਰਹਿੰਦੇ ਨੇ। ਹੁਣ ਮੋਦੀ ਸਾਹਿਬ ਦੀਆਂ ਵੀ ਇਹੀ ਰੁਚੀਆਂ ਨੇ ਜੀ। ਉਹਨਾਂ ਨੇ ਸਭ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਉੱਤੇ ਇੰਨੇ ਪੈਸੇ ਖਰਚ ਦਿੱਤੇ। ਹੁਣ ਮੋਟੇਰਾ ਸਟੇਡੀਅਮ ਦਾ ਨਾਮ ਆਪਣੇ ਸਟੇਡੀਅਮ ਦੇ ਉੱਤੇ ਰਖਾ ਲੈਣਾ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਇੱਕ ਫਲॉज ਕਹਿ ਲਓ ਜਾਂ ਰੋ ਕਹਿ ਲਓ ਕਿ ਹੈ ਕਿ ਉਹ ਚਾਹੁੰਦੇ ਨੇ ਕਿ ਉਹ ਮਹਾਨ ਬਣ ਜਾਣ। ਅਸੀਂ ਕਹਿੰਦੇ ਹੁੰਦੇ ਨਾ ਕਿ ਸਾਡੇ ਪਰਿਵਾਰਾਂ ਦੇ ਵਿੱਚ, ਆਮ ਪੰਜਾਬੀ ਪਰਿਵਾਰਾਂ ਦੇ ਵਿੱਚ ਹੁੰਦਾ ਆ ਕਿ ਜਦੋਂ ਸਾਡੇ ਬਜ਼ੁਰਗ ਹੁੰਦੇ ਨੇ ਉਹ ਕਹਿੰਦੇ ਨਹੀਂ ਜੀ ਫਿਰ ਛੋਟੇ ਦਾ ਵਿਆਹ ਕਰ ਦਿਓ, ਮੈਂ ਆਪ ਜੀਂਦੀ ਜੀਂਦੀ ਦੇਖ ਲਵਾਂ। ਜੇ ਬਜ਼ੁਰਗ ਬੀਬੀ ਆ ਤੇ ਜੇ ਬਜ਼ੁਰਗ ਭਾਈਆ ਹੋਵੇ ਉਹ ਵੀ ਕਹਿੰਦਾ ਕਿ ਮੈਨੂੰ ਫਿਰ ਵਿਆਹ ਦਿਖਾ ਦਿਓ ਮੇਰੇ ਭਤੀਜੇ ਦਾ, ਦੋਤੇ ਦਾ, ਮੈਂ ਜਾਂਦਾ ਜਾਂਦਾ ਦੇਖ ਲਵਾਂ। ਹੁਣ ਸਾਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਮੋਦੀ ਸਾਹਿਬ ਇਹ ਕਹਿੰਦੇ ਕਿ ਮੈਂ ਜਾਂਦਾ ਜਾਂਦਾ ਆ ਵੀ ਕਰ ਲਵਾਂ ਤੇ ਜਾਂਦਾ ਜਾਂਦਾ ਉਹ ਵੀ ਦੇਖ ਲਾਂ, ਕਿਉਂਕਿ ਉਹ ਆਪ ਮਹਾਨ ਬਣ ਕੇ ਕਹਿੰਦੇ ਹੁੰਦੇ ਨਾ ਕਿ ਤੁਸੀਂ ਜੇ ਕੋਈ ਖੂਬਸੂਰਤ ਵੈਲੀ ਦੇਖਣ ਡਏ ਹੋ, ਖੂਬਸੂਰਤ ਕੋਈ ਚੀਜ਼ ਦੇਖਣ ਡਏ ਹੋ ਕੁਦਰਤ ਦੀ, ਤੇ ਜੇ ਤੁਸੀਂ ਉਹ ਖੂਬਸੂਰਤ ਨਜ਼ਾਰਾ ਆ ਕੇ ਕਿਸੇ ਨੂੰ ਦੂਸਰੇ ਨੂੰ ਨਹੀਂ ਨਾ ਦੱਸਿਆ ਤੇ ਉਦੋਂ ਤੱਕ ਤੁਹਾਨੂੰ ਉਹ ਨਜ਼ਾਰਾ ਦੇਖਣ ਦਾ ਮਜ਼ਾ ਨਹੀਂ ਆਉਂਦਾ ਜੀ। ਹੁਣ ਇਹਨਾਂ ਨੇ ਉਹ ਖੂਬਸੂਰਤ ਚੀਜ਼ਾਂ ਬਣਾਉਂਦੀਆਂ ਤੇ ਹੈ ਨਾ, ਉਹ ਹੁਣ ਖੂਬਸੂਰਤ ਆਪ ਦੇਖ ਕੇ ਜਾਣਗੇ ਤਾਂ ਹੀ ਇਹਨਾਂ ਨੂੰ ਮਜ਼ਾ ਆਊਗਾ, ਨਹੀਂ ਤਾਂ ਫਿਰ ਜੇ ਮਹਾਨ ਬਾਅਦ ਵਿੱਚ ਹੋਏ ਤਾਂ ਫਿਰ ਕਿਹਨੇ ਦੇਖੇ ਆ ਜੀ। कैसा लगता है कि मैं एक ਜੋਕ ਪੜ੍ਹ ਰਿਹਾ ਸੀਗਾ ਇੰਟਰਨੈਟ ਦੇ ਉੱਪਰ ਕਿ ਸੈਸ਼ਨ ਹੁੰਦਾ, ਸਦਨ ਲੱਗਿਆ ਹੁੰਦਾ, ਉਹਦੇ ਵਿੱਚ ਬੀਜੇਪੀ ਸਰਕਾਰ ਕਾਂਗਰਸ ਨੂੰ ਕਹਿੰਦੀ ਹੈ ਕਿ ਤੁਸੀਂ ਅੱਜ ਤੱਕ ਬਣਾਇਆ ਕੀ ਹੈ। ਪਿੱਛੋਂ ਆਪਸ ਬੰਦੇ ਗੱਲਾਂ ਕਰਦੇ ਉਹ ਨਾ ਦੱਸੋ ਇਹਨਾਂ ਨੂੰ ਉਹ ਵੀ ਵੇਚ ਦੇਣਾ। ਸੋ ਕਾਫੀ ਸਾਰੀ ਗੱਲਾਂ ਜਿਹੜੀਆਂ ਨੇ, ਕਾਫੀ ਸਾਰੀ ਚੀਜ਼ਾਂ ਜਿਹੜੀਆਂ ਨੇ ਸਰਕਾਰਾਂ ਲਗਾਤਾਰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਐਂਡ ਹੁਣ ਇੱਕ ਸਟੇਟਮੈਂਟ ਆਈ ਹੈ ਕਿ ਮੋਦੀ ਸਾਹਿਬ ਦਾ ਕਹਿਣਾ ਹੈ ਕਿ ਜਿਹੜੀਆਂ ਸਰਕਾਰੀਆਂ ਜਿਹੜੀਆਂ ਕਿੰਨੀ ਸਾਰੀ ਕੰਪਨੀਆਂ ਨੇ ਉਹ ਨਾ ਕਿਸੇ ਨੇ ਆਪਣੇ ਨਿੱਜੀ ਫਾਇਦੇ ਲਈ ਕਿਸੇ ਟਾਈਮ ਬਣਾਈਆਂ ਸੀਗੀਆਂ, ਸੋ ਉਹਨਾਂ ਨੂੰ ਵੇਚ ਦੇਣਾ ਚਾਹੀਦਾ ਹੈ। ਉਹਨਾਂ ਤੋਂ ਚੰਗਾ ਜਿਹੜਾ ਮੁਨਾਫਾ ਹੈ 2.5 ਲੱਖ ਕਰੋੜ ਜਿਹੜਾ ਹੈ ਉਹ ਐਕਸਪੈਕਟਡ ਅਮਾਊਂਟ ਜਿਹੜਾ ਹੈ ਉਹ ਕਹਿੰਦੇ ਸਾਨੂੰ ਲੈਣਾ ਚਾਹੀਦਾ, ਜਿਹੜਾ ਘਾਟਾ ਚੱਲ ਰਿਹਾ ਸੀ ਉਹਨੂੰ ਪੂਰਾ ਕਰ ਲਈਏ। ਸੋ ਯਾਨੀ ਕਿ ਜਿਹੜੀਆਂ ਕੁਝ ਕੁ ਚੀਜ਼ਾਂ ਜਿਹੜੀਆਂ ਰਹਿ ਗਈਆਂ, ਚੰਗੀਆਂ ਰਹਿ ਗਈਆਂ ਜਿਹੜੀਆਂ, ਤੁਸੀਂ ਉਹ ਵੀ ਵੇਚਣ ਲੱਗ ਪਏ ਹੋ। ਤੁਸੀਂ 2-4 ਬੈਂਕ ਵੀ ਪਹਿਲਾਂ ਪ੍ਰਾਈਵੇਟ ਕਰ ਦਿੱਤੇ, ਰੇਲਵੇ ਤੁਸੀਂ ਵੇਚ ਦਿੱਤੀ ਆ, ਸਾਰੇ ਏਅਰਪੋਰਟ ਨੇ ਤੁਸੀਂ ਉਹ ਵੇਚਦੇ ਹੋ, ਤੁਸੀਂ ਪੈਟਰੋਲ ਪੰਪ ਵੇਚ ਚੁੱਕਿਆ। ਬਾਕੀ ਮੈਂ ਕਹਿੰਦਾ ਬਾਕੀ ਕਾਂਗਰਸ ਦੱਸੇ ਕੀ ਰਹਿ ਗਿਆ, ਸ਼ਾਇਦ ਉਹ ਵੀ ਇਹਨਾਂ ਨੇ ਵੇਚ ਦੇਣੇ ਆ। ਸੋ ਜਿੱਧਰ ਵੀ ਥਾਂ ਨਿਗਾਹ ਮਾਰੀਏ ਉਧਰ ਹਰ ਥਾਂ ਦੇ ਉੱਪਰ ਹੁਣ ਇਹਨਾਂ ਦੀ ਜਿਹੜੀ ਨਿਗਾਹ ਪਹੁੰਚ ਚੁੱਕੀ ਹੈ ਤੇ ਉਧਰ ਵੀ ਹੁਣ ਵੇਚਣ ਦੀ ਜਿਹੜੀ ਕਾਰਜਗੁਜ਼ਾਰੀ ਜਿਹੜੀ ਹੈ ਇਹਨਾਂ ਦੀ ਸ਼ੁਰੂ ਹੋ ਚੁੱਕੀ ਹੈ। ਸੋ ਦੋਸਤੋ, ਸੋ ਬੜੇ ਧਿਆਨ ਦੇਣ ਦੀ ਗੱਲ ਹੈ ਕਿ ਸਰਕਾਰ ਜਿਹੜੀ ਹੈ ਕੀ ਕੁਝ ਕਰ ਰਹੀ ਹੈ, ਕਿਉਂ ਕਰ ਰਹੀ ਹੈ, ਇਹਨਾਂ ਦਾ ਕੀ ਵਿਜ਼ਨ ਹੈ, ਤਾਂ ਜੋ ਇਹਨਾਂ ਨੂੰ ਅਗਲੇ ਇਲੈਕਸ਼ਨਾਂ ਵਿੱਚ ਜਲਦੀ ਦੱਸੀਏ ਕਿ ਬਈ ਜੋ ਤੁਸੀਂ ਸੋਚ ਰਹੇ ਹੋ ਵਾਕਈ ਬਹੁਤ ਗਲਤ ਗੱਲ ਹੈ। ਸੋ ਖੈਰ ਸਾਹਿਬ, ਤੁਸੀਂ ਵਿੱਚ ਦਮਨ ਦਾ ਵੀ ਗੱਲ ਕੀਤਾ ਸੀਗਾ। ਸੋ ਦਮਨ ਵਿਰੋਧੀ ਦਿਵਸ ਕੱਲ੍ਹ ਸਾਡੇ ਕਿਸਾਨਾਂ ਵੱਲੋਂ ਮਨਾਇਆ ਗਿਆ, ਕਿਉਂਕਿ ਸਰਕਾਰ ਜਿਹੜੀ ਹੈ ਲਗਾਤਾਰ ਜਿਹੜਾ ਵੀ ਬੰਦਾ ਉਹਦੇ ਅੰਗੇਂਸਟ ਬੋਲਣ ਦੀ ਕੋਸ਼ਿਸ਼ ਕਰਦਾ ਉਸ ਨੂੰ ਅੰਦਰ ਕਰ ਦਿੰਦੀ ਹੈ, ਵੱਖਰੀ ਵੱਖਰੀ ਧਾਰਾਵਾਂ ਦੇ ਤਹਿਤ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਾਂ ਫਿਰ ਚੁੱਪ ਕਰ ਦਿੱਤਾ ਜਾਂਦਾ ਜਾਂ ਨਜ਼ਰਬੰਦ ਕਰ ਦਿੱਤਾ ਜਾਂਦਾ। ਸੋ ਉਹ ਜਿਹੜਾ ਸਿਲਸਿਲਾ ਹੈ ਹਾਲੇ ਵੀ ਕਾਫੀ ਲਗਾਤਾਰ ਜਾਰੀ ਹੈ। ਨੋ ਡਾਊਟ ਦਿਸ਼ਾ ਰਵੀ ਨੂੰ ਜ਼ਮਾਨਤ ਮਿਲੀ ਹੈ, ਚੰਗੀ ਗੱਲ ਹੈ, ਹਲਕੀ ਜਿਹੀ ਉਮੀਦ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ, ਬੜੀ ਛੋਟੀ ਜਿਹੀ ਲੋ ਹੈ ਕਿਉਂਕਿ ਕਾਫੀ ਸਾਰੇ ਨਾਮ ਹਾਲੇ ਵੀ ਅੰਦਰ ਨੇ। ਪਿੱਛੇ ਜੇ ਆਪਾਂ ਗੁਰਮੁਖ ਸਿੰਘ ਹੋਣਾ ਦਾ ਵੀ ਜ਼ਿਕਰ ਕੀਤਾ ਸੀਗਾ, ਜਿਹਨਾਂ ਨੂੰ 15 ਦਿਨ ਦਿੱਲੀ ਦੀ ਜਿਹੜੀ ਉਹ ਜੇਲ੍ਹ ਸੀਗੀ ਉਹਦੇ ਵਿੱਚ ਬੰਦ ਹੋਣਾ ਪਿਆ ਸੀਗਾ। ਸੋ ਕਿਹੋ ਜਿਹੇ ਐਕਸਪੀਰੀਅੰਸ ਜਿਹੜੇ ਨੇ, ਜਿਹੜੇ ਲੋਕ ਜਿਹੜੇ ਲੈ ਰਹੇ ਨੇ, ਸੋ ਕਿਹੋ ਜਿਹੀ ਰਿਸਪੈਕਟ ਉਹ ਕਰਨਗੇ ਆਪਣੇ ਦੇਸ਼ ਦੇ, ਆਪਣੇ ਪ੍ਰਧਾਨ ਮੰਤਰੀ ਲਈ, ਉਹਨਾਂ ਸਰਕਾਰਾਂ ਦੇ ਲਈ, ਐਂਡ ਕਿਹੋ ਜਿਹਾ ਉਹਨਾਂ ਦਾ ਮਾਹੌਲ ਉਹਨਾਂ ਦੇ ਦਿਮਾਗ ਵਿੱਚ ਬਣ ਜਾਂਦਾ ਜਿਸ ਵਿਅਕਤੀਆਂ ਨੇ ਆਪਣੇ ਦੇਸ਼ ਦੇ ਲਈ ਕਿੰਨਾ ਕੁਝ ਕੀਤਾ ਹੋਵੇ, ਉਹਨਾਂ ਨੂੰ ਦੇਸ਼ ਧਰੋਹ ਕਹਿਤਾ ਜਾਵੇ, ਉਹਨਾਂ ਨੂੰ ਅੱਤਵਾਦੀ ਕਹਿਤਾ ਜਾਵੇ, ਫਿਰ ਉਹਨਾਂ ਨੂੰ ਤੁਸੀਂ 15 ਦਿਨ ਜੇਲ੍ਹ 'ਚ ਵੀ ਰੱਖੋ ਤੇ ਉਹਨਾਂ ਨਾਲ ਗੰਦਾ ਵਿਵਹਾਰ ਕਰੋ। ਸੋ ਸਰਕਾਰ ਜਿਹੜੀ ਹੈ ਬੜੀ ਗੰਦੀ ਜਿਹੜੀ ਛਾਪ ਹੈ ਆਪਣੀ ਛੱਡ ਰਹੀ ਹੈ ਲੋਕਾਂ ਦੇ ਉੱਪਰ, ਤੇ ਜਿਹੜਾ ਮੈਜੋਰਿਟੀ ਆਫ ਮੀਡੀਆ 95% ਆਫ ਜਿਹੜਾ ਗੋਦੀ ਮੀਡੀਆ ਉਹ ਗੱਲਾਂ ਦਿਖਾਈ ਨਹੀਂ ਰਿਹਾ।
ਕਿ ਪੂਰੇ ਦੇਸ਼ ਨੂੰ ਪਤਾ ਹੀ ਨਾ ਚੱਲ ਜਾਏ ਮੋਦੀ ਸਾਹਿਬ ਕੀ ਕਰਦੇ ਪਏ ਨੇ। ਹੁਣ ਕੱਲ ਪੂਰੀਆਂ ਸੁਰਖੀਆਂ ਬਣੀਆਂ ਸੀਗੀਆਂ, मोटेरा स्टेडियम नरेंद्र मोदी जी के नाम पे, दुनिया का सबसे बड़ा स्टेडियम। मतलब किहो जी पब्लिसिटी की जा रही है, ब्रांड बनाया जा रहा है, कितना कुछ किया जा रहा है जस्ट बिकॉज कि हाँ भी उन्होंने इमेज नूं, उन्होंने साख नूं कुछ ਇਹੋ ਜਿਹੀ ਗੱਲ ਨਾ ਪਹੁੰਚੇ। ਹੁਣ ਇੰਨਾ ਮਾਹੌਲ ਵੀ ਗੰਦਾ ਨਹੀਂ ਹੋਇਆ ਬੰਗਾਲ ਦੇ ਵਿੱਚ ਜਿੰਨਾ ਦਿਖਾਇਆ ਜਾ ਰਿਹਾ ਕਿ ਲਈ ਆ ਤਾਂ ਹੁਣ ਚਲੀ ਗਈ ਮਮਤਾ ਬੈਨਰਜੀ, ਤਾਂ ਹੁਣ ਚਲੀ ਗਈ, ਹੁਣ ਤਾਂ ਸਿਰਫ ਭਾਜਪਾ ਹੀ ਆਵੇਗੀ। ਚਲੋ ਰਿਜ਼ਲਟ ਜਿਹੜੇ ਨੇ ਆਉਣੇ ਬਾਕੀ ਭਾਵੇਂ ਭਾਜਪਾ ਹੀ ਆ ਜਾਵੇ, ਪਰ ਤੁਹਾਡਾ ਜਿਹੜਾ ਮੇਨ ਕੰਮ ਹੈ ਬੈਲੈਂਸ ਹੋਣਾ ਚਾਹੀਦਾ ਹੈ। ਕੌਣ ਕਿਵੇਂ ਕਰ ਰਿਹਾ, ਲੋਕਾਂ ਦੀ ਰਾਏ ਦਿਖਾਓ, ਉਹਨਾਂ ਦੇ ਕੰਮ ਜਿਹੜੇ ਨਹੀਂ ਕੀਤੇ ਤੁਸੀਂ ਉਹ ਦਿਖਾਓ, ਕਿਹੜੇ ਵਾਅਦੇ ਕੀਤੇ ਸੀ ਮਮਤਾ ਬੈਨਰਜੀ ਜਿਹੜੇ ਪੂਰੇ ਹੋਏ ਜਾਂ ਨਹੀਂ ਹੋਏ ਤੁਸੀਂ ਉਹਨਾਂ ਬਾਰੇ ਗੱਲ ਕਰੋ। ਸੋ ਖੈਰ ਸਾਹਿਬ ਜੇਕਰ 2014 ਦੀ ਗੱਲ ਕਰੀਏ ਤਾਂ ਉਦੋਂ ਵੀ ਇੰਨੀ ਜ਼ਿਆਦਾ ਪਬਲਿਸਿਟੀ ਕੀਤੀ ਗਈ ਸੀ ਕਿ ਇੰਨੀਆਂ ਜ਼ਿਆਦਾ ਮਸ਼ਹੂਰੀਆਂ ਕੀਤੀਆਂ ਗਈਆਂ ਸੀ ਕਿ ਹਾਂ ਵੀ ਅਬ ਕੀ ਬਾਰ ਮੋਦੀ ਸਰਕਾਰ, ਬਹੁਤ ਹੋ ਗਈ महंगाई की मार, अब की बार मोदी सरकार, बहुत हो गया बेटियों पे अत्याचार, अब की बार मोदी सरकार। तो ਹੁਣ ਜੇਕਰ ਗੱਲ ਕਰੀਏ ਅਬ ਕੀ ਬਾਰ ਦੀ ਤਾਂ ਸਭ ਤੋਂ ਜ਼ਿਆਦਾ ਜਿਹੜਾ ਕ੍ਰਾਈਮ ਹੈ ਇਸ ਵਕਤ ਹੋ ਰਿਹਾ ਦਿੱਲੀ ਦੇ ਵਿੱਚ, ਯੂਪੀ ਦੇ ਵਿੱਚ ਹਰ ਦਿਨ ਪਤਾ ਨਹੀਂ ਕਿੰਨੇ ਜ਼ਿਆਦਾ ਗੈਂਗਰੇਪ ਹੁੰਦੇ ਨੇ, ਕਿੰਨੀਆਂ ਜ਼ਿਆਦਾ ਘਟਨਾਵਾਂ ਹੁੰਦੀਆਂ ਨੇ, ਕਿੰਨੇ ਹੀ ਜ਼ਿਆਦਾ ਮਤਲਬ ਬੋਲਣ ਨੂੰ ਵੀ ਸ਼ਰਮ ਆਉਂਦੀ ਕਿ ਇਹੋ ਜਿਹੀ ਘਟਨਾਵਾਂ ਜਿਹੜੀਆਂ ਨੇ ਦੇਸ਼ ਭਰ ਵਿੱਚ ਹੋ ਰਹੀਆਂ। ਤੇ ਮਹਿੰਗਾਈ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਾਕਈ ਜਿਹੜੇ ਨੇ ਕੱਪੜੇ ਤੱਕ ਨਿਲਾਮ ਹੋਣ ਦੀ ਗੱਲ ਆਈ ਹੋਈ ਹੈ। ਕੱਪੜੇ ਮੈਂ ਕਹਿੰਦਾ ਵਿਕ ਚੁੱਕੇ ਨੇ। ਅਗਰ ਬੰਦਾ ਪੈਟਰੋਲ ਪੰਪ ਚਲੇ ਜਾਵੇ ਤੇ ਨਾ ਪਰਸ ਲੈ ਕੇ ਜਾਵੇ ਤੇ ਕਦੇ ਪੈਟਰੋਲ ਪਵਾ ਦੇ ਤੇ ਬਾਅਦ ਕੱਪੜੇ ਤੱਕ ਲਾਣੇ ਪੈਂਦੇ ਨੇ ਕਿਉਂਕਿ 100 ਤੋਂ ਵੱਧ ਜਿਹੜਾ ਰੇਟ ਹੈ ਉਹ ਹੋ ਚੁੱਕਿਆ। ਸੋ ਸਰਕਾਰਾਂ ਜਿਹੜੀ ਵਾਅਦੇ ਕਰਕੇ ਸੱਤਾ ਵਿੱਚ ਆਈਆਂ ਨੇ ਉਹ ਵਾਅਦੇ ਮੁਲੱਦਾ ਭੁੱਲ ਗਏ ਹੋਣੇ। ਹੁਣ ਤਾਂ ਲੋਕ ਜਿਹੜੇ ਨੇ ਬਸ ਗਿਟਾਰ ਲੈ ਕੇ ਸੜਕਾਂ ਤੇ ਬੈਠੇ ਹੋਏ ਨੇ, ਕਿਆ ਹੁਆ ਤੇਰਾ ਵਾਦਾ ਵੋ ਕਸਮ ਵੋ ਇਰਾਦਾ, ਕਿਉਂਕਿ ਸਰਕਾਰ ਜਿਹੜੀ ਹੈ ਉਹ ਸਭ ਵਾਅਦੇ ਭੁੱਲ ਚੁੱਕੀ ਹੈ। ਉਹਨੂੰ ਬਸ ਹਾਂਜੀ ਜੀ ਆਹ ਸਟੇਡੀਅਮ ਬਣ ਗਿਆ, ਹਾਂਜੀ ਜੀ ਆਹ ਮੂਰਤੀ ਬਣ ਗਈ, ਰਾਮ ਮੰਦਿਰ ਬਣ ਗਿਆ, 370 ਹੋ ਗਈ, ਇਹ ਉਹ ਮਤਲਬ ਹੋਰਾਂ ਮੁੱਦਿਆਂ ਦੇ ਵਿੱਚ ਜਿਹੜਾ ਹੈ ਉਲਝਾਇਆ ਜਾ ਰਿਹਾ ਤੇ ਲੋਕਾਂ ਨੂੰ ਸਿਰਫ ਭਰਮਾਇਆ ਜਾ ਰਿਹਾ। ਅੱਛਾ, ਤੁਸੀਂ ਐਵੇਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਜ਼ਿਆਦਾ ਹੀ ਤੁਸੀਂ ਗਲਤ ਜਿਹੜਾ ਪ੍ਰਮੋਟ ਕਰਨਾ ਸ਼ੁਰੂ ਕਰ ਦਿੰਦੇ ਆ। ਅਗਲਿਆਂ ਨੂੰ ਜਾ ਕੇ ਪੁੱਛੋ, ਉਹ ਕਹਿੰਦੇ ਜਿਹੜਾ ਮਹਿੰਗਾ ਤੇਲ ਅਸੀਂ ਪਵਾਉਂਦੇ ਆ ਉਹ ਇਸ ਕਰਕੇ ਕਿ ਕਰੋਨਾ ਟਾਈਮ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਸਰਕਾਰ ਥੱਲੇ ਚਲੇ ਗਈ। ਹੁਣ ਇਹ ਮਹਿੰਗਾ ਤੇਲ ਅਸੀਂ ਪਵਾਵਾਂਗੇ ਤੇ ਕਰੋਨਾ ਵਾਲੀ ਜਿਹੜੀ ਹਾਲਾਤ ਵਿਗੜੇ ਨੇ ਉਹਨਾਂ ਨੂੰ ਸੁਲਝਾਵਾਂਗੇ। ਇਹ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਨੇ ਇਹ ਗੱਲਾਂ ਕਹਿਣ ਡੇ ਆ। ਅਸੀਂ ਤਾਂ ਐਵੇਂ ਗੱਲਾਂ ਕਰੀ ਜਾਂਦੇ ਆ ਵੀ ਗਰੀਬ ਆਦਮੀ ਕੀ ਕਰੂਗਾ, ਚਾਹੇ ਤੁਸੀਂ ਆਏ ਦਿਨ ਜਿਹੜਾ ਹੈ ਸਿਲੰਡਰ ਮਹਿੰਗਾ ਕਰ ਦਿੰਦੇ ਆ। ਅੱਜ ਫਿਰ 25 ਰੁਪਏ ਜਿਹੜਾ ਸਿਲੰਡਰ ਹੈ ਉਹ ਹੋਰ ਵਧਿਆ ਜੀ। ਤੇ ਉਹ ਗੱਲ ਇਹ ਹੈ ਨਾ ਕਿ ਹੁਣ ਸਿਲੰਡਰ ਜਿਹੜਾ ਮਹਿੰਗਾ ਹੋ ਗਿਆ ਉਹ ਵੀ ਕਿਤੇ ਗਲਤ ਥਾਂ ਨਹੀਂ ਪੈਸੇ ਜਾਣੇ, ਉਹ ਵੀ ਕਿਤੇ ਦੇਸ਼ ਦੀ ਭਲਾਈ ਦੇ ਵਿੱਚ ਭੱਬੇ ਮੰਦਰ ਉਸਾਰਨ ਦੇ ਲਈ ਜਾਂ ਕਿਤੇ ਨਾ ਕਿਤੇ ਸਟੈਚੂ ਆਫ ਯੂਨਿਟੀ ਜਾਂ ਫਿਰ ਕਹਿ ਲਓ ਕਿ ਮੰਟੇਰਾ ਵਰਗੇ ਸਟੇਡੀਅਮ ਦਾ ਨਾਮ ਬਦਲਣ ਲਈ ਵੀ ਰੱਖੇ ਜਾ ਸਕਦੇ ਨੇ। ਸੋ ਤੁਸੀਂ ਕਿਤੇ ਨਾ ਕਿਤੇ ਇਹ ਐਵੇਂ ਗਲਤ ਨਾ ਭੜਕਾਇਆ ਕਰੋ। ਅਜੀਬ ਵਾਲੇ ਜਿਹੜੇ ਆ ਜਾਂ ਫਿਰ ਹੋਰ ਮੀਡੀਆ ਵਾਲੇ ਇਹ ਤਾਂ ਚੰਗੀ ਖਬਰ ਕਰਦੇ ਆ। ਇਹ ਹੁਣ ਲੋਕੀ ਸੁਣਨਾ ਚਾਹੁੰਦੇ ਆ ਜੀ, ਲੋਕੀ ਦੇਖਣਾ ਚਾਹੁੰਦੇ ਆ ਕਿ ਮੋਦੀ ਜੀ ਕਰਨਗੇ ਕੀ। ਹੁਣ ਮੋਦੀ ਜੀ ਹੁਣਾਂ ਨੇ 7 ਸਾਲ ਹੋ ਗਏ, ਹਲੇ ਤਾਂ ਕੁਝ ਚੱਜ ਦਾ ਕੀਤਾ ਨਹੀਂ, ਅੱਗੋਂ ਕਦੋਂ ਕਰਨਗੇ ਇਹ ਸ਼ਾਇਦ ਜਿਹੜਾ ਹੈ ਵੱਡਾ ਸਵਾਲ ਹੈ, ਕਿਉਂਕਿ ਬਹੁਤ ਸੀਰੀਅਸ ਮੁੱਦੇ ਆ ਜੀ। ਇਹਨਾਂ ਮੁੱਦਿਆਂ ਦੇ ਉੱਤੇ ਸ਼ਾਇਦ ਮੋਦੀ ਹੁਣੀ ਆਉਣਾ ਹੀ ਨਹੀਂ ਚਾਹੁੰਦੇ। ਮੈਂ ਕਹਿੰਦਾ ਮੋਦੀ ਦੀ ਸਰਕਾਰ ਆਉਣਾ ਹੀ ਨਹੀਂ ਚਾਹੁੰਦੀ। ਉਹਨਾਂ ਨੂੰ ਲੱਗਦਾ ਕਿ ਜੋ ਅਸੀਂ ਕਰ ਰਹੇ ਆ ਉਹ ਬਿਲਕੁਲ ਸਹੀ ਕਰ ਰਹੇ ਆ। ਮੈਂ ਕੱਲ ਹੀ ਪੜ੍ਹ ਰਿਹਾ ਸੀਗਾ ਕਿ ਜਦੋਂ ਅਸੀਂ ਇਕਨੋਮੀ ਦੀ ਗੱਲ ਕਰਦੇ ਹਾਂ ਤੇ ਇਕਨੋਮੀ ਲਗਾਤਾਰ ਥੱਲੇ ਜਾਣ ਡਈ ਆ ਜੀ। ਔਰ ਸਾਡੀ ਗਵਰਨਮੈਂਟ ਲਗਾਤਾਰ ਇੱਕ ਚੀਜ਼ ਕਹਿ ਰਹੀ ਹੈ ਕਿ ਬਈ ਅਸੀਂ ਤਾਂ 11% ਦੀ ਰੇਂਜ ਦੇ ਨਾਲ ਇਹਦਾ ਐਨ ਐਸਕੇਲੇਟਰ ਦੱਬਿਆ ਹੋਇਆ ਤੇ ਅਸੀਂ ਧੁਰ ਤੱਕ ਪਹੁੰਚ ਜਾਣਾ ਜਦੋਂ ਅਸੀਂ ਕਹਿ ਦਿੱਤਾ ਕਿ ਅਸੀਂ ਡਿਵੈਲਪ ਕੰਟਰੀ ਵਰਗਿਆਂ ਦੇ ਵਿੱਚ ਹੋ ਜਾਣਾ। ਹੁਣ ਜਦੋਂ ਅਸੀਂ ਡਿਵੈਲਪ ਕੰਟਰੀ ਦੀ ਗੱਲ ਕਰਦੇ ਹਾਂ ਤੇ ਅਗਲਿਆਂ ਨੇ ਟ੍ਰਿਲੀਅਨ ਦੇ ਵਿੱਚ ਜਿਹੜਾ ਹੈ ਇੱਕ ਰਾਹਤ ਪੈਕੇਜ ਦੇ ਦਿੱਤਾ ਜੀ। ਸਾਡੇ ਇੱਥੇ ਵੀ ਪੈਕੇਜ ਦਿੱਤਾ ਸੀਗਾ, ਉਹ ਪੈਕੇਜ ਵੀ ਇੱਦਾਂ ਇਹਨਾਂ ਦੀਆਂ ਹਵਾ ਦੇ ਵਾਂਗੂ ਹਵਾ ਹੋ ਗਿਆ। ਉਹ ਸਾਡੀ ਬੀਬੀ ਆਉਂਦੀ ਹੈ, ਸਾਡੀ ਜਿਹੜੀ ਇੱਕ ਡਿਫੈਂਸ ਮਿਨਿਸਟਰ ਆ, ਉਹ ਨੱਥਨੇ ਫੁਲਾ ਕੇ ਰਹਿੰਦੀ ਆ। ਉਹ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਕਿਹੜੀ ਗੱਲ ਦਾ ਗੁੱਸਾ ਹੈ ਜਦੋਂ ਉਹਨਾਂ ਦਾ ਨੱਕ ਇੰਨਾ ਫੁੱਲਿਆ ਹੁੰਦਾ ਕਿ ਪਤਾ ਨਹੀਂ ਸ਼ਾਇਦ ਉਹ ਲੋਕਾਂ ਨੂੰ ਲੋਕ ਨਹੀਂ ਸਮਝਦੀ ਜਾਂ ਬੰਦਿਆਂ ਨੂੰ ਬੰਦੇ ਨਹੀਂ ਸਮਝਦੀ। ਉਹ ਆਪਦਾ ਜਵਾਬ ਦੇ ਕੇ ਆਪਦਾ ਹੀ ਸਵਾਲ ਕਰਕੇ ਤੇ ਨਿਕਲ ਜਾਂਦੇ ਬਹਿ ਬਹਿ ਕੇ ਵੀ ਬਈ ਨਹੀਂ ਹਮ तो हमारे दो और मोदी साहब जिंदा रहो। ਸੋ ਇਹ ਤਰੀਕੇ ਨਾਲ ਇਹ ਸਟੇਟਮੈਂਟਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਹਾਲਾਤ ਵਿਗੜ ਰਹੇ ਨੇ। ਹੁਣ ਇੰਨੇ ਤੁਸੀਂ ਪੱਛਮੀ ਬੰਗਾਲ ਦੀ ਗੱਲ ਕੀਤੀ ਹੈ ਤੇ ਮੇਰੇ ਦਿਮਾਗ ਵਿੱਚ ਵੀ ਉਦੋਂ ਵੀ ਬੜੀਆਂ ਸਾਰੀਆਂ ਗੱਲਾਂ ਆਉਂਦੀਆਂ ਸੀਗੀਆਂ। ਹੁਣ ਬਹੁਤ ਗਿਰੇ ਹੋਏ ਸਤਰ ਦੀ ਰਾਜਨੀਤੀ ਹੋ ਰਹੀ ਹੈ ਜੀ। ਇੰਨੀ ਗਿਰੇ ਹੋਏ ਸਤਰ ਦੀ ਰਾਜਨੀਤੀ ਜਦੋਂ ਹੋਣ ਲੱਗ ਪਏ ਤਾਂ ਤੁਸੀਂ ਡੈਮੋਕ੍ਰੇਸੀ ਦੀ ਗੱਲ ਨਹੀਂ ਕਰ ਸਕਦੇ, ਤੁਸੀਂ ਸੰਘੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੀ ਗੱਲ ਨਹੀਂ ਕਰ ਸਕਦੇ। ਹੁਣ ਡਿਫੈਂਸ ਮਿਨਿਸਟਰ ਜਦੋਂ ਡਿਫੈਂਸ ਮਿਨਿਸਟਰ ਨਾ ਹੋ ਕੇ ਤੁਹਾਨੂੰ ਇੱਕ ਪਾਰਟੀ ਦਾ ਜ਼ਿਆਦਾ ਵੱਡਾ ਕਾਰਜਕਰਤਾ ਲੱਗਣਾ ਸ਼ੁਰੂ ਹੋ ਜਾਵੇ ਤਾਂ ਫਿਰ ਮੈਨੂੰ ਲੱਗਦਾ ਕਿ ਉਸ ਵਰਗੀ ਮੰਦਭਾਗੀ ਨਹੀਂ ਰਹਿੰਦੀ ਜੀ। ਹੋਮ ਮਿਨਿਸਟਰੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਵੱਡਾ ਪੋਰਟਫੋਲੀਓ ਹੈ ਜਿਹਦੇ ਅੰਦਰ ਬਹੁਤ ਜ਼ਿਆਦਾ ਕੁਝ ਆਉਂਦਾ ਆ, ਉਹ ਅਮਿਤ ਸ਼ਾਹ ਦੇ ਕੋਲ ਹੈ। ਤੇ ਜਦੋਂ ਅਮਿਤ ਸ਼ਾਹ ਵਰਗੇ ਬੰਦੇ ਦੇ ਕੋਲ ਜਿਹਨੂੰ ਅਸੀਂ ਮਾਸਟਰ ਸਟ੍ਰੋਕਰ ਕਹਿੰਦੇ ਆ, ਮਾਸਟਰ ਮਾਈਂਡ ਕਹਿੰਦੇ ਆ, ਤਾਂ ਮੈਨੂੰ ਲੱਗਦਾ ਫਿਰ ਤੁਸੀਂ ਸਮਝ ਜਾਂਦੇ ਹੋ ਕਿ ਕਿਹੜੇ ਕੰਮ ਜਿਹੜੇ ਨੇ ਉਹਦੇ ਅੰਦਰ ਹੋ ਰਹੇ ਨੇ ਜੀ। ਹੁਣ ਜਦੋਂ ਆਪਾਂ ਇਲੈਕਸ਼ਨਸ ਦੀ ਗੱਲ ਕਰਦੇ ਹਾਂ ਕਿਸੇ ਦੇਸ਼ ਦੇ ਕੋਨੇ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਹੋਵੇ ਕਿ ਹਿੰਸਾ ਬਹੁਤ ਹੋਣ ਡਈ ਆ, ਅਸਾਮ ਦੀ ਗੱਲ ਕਰ ਲਓ, ਚਾਹੇ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ, ਲਦਾਖ ਦੀ ਗੱਲ ਕਰਦੇ ਹਾਂ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ, ਹੋਮ ਮਿਨਿਸਟਰੀ ਦਾ ਕੋਈ ਬੰਦਾ ਉੱਥੇ ਨਹੀਂ ਜਾਂਦਾ। ਹੋਮ ਮਿਨਿਸਟਰ ਕਿੱਥੇ ਜਾਂਦੇ ਨੇ?
ਜਾਂ ਤਾਂ ਕਦੀ ਬਿਹਾਰ ਹੁੰਦੇ ਨੇ ਜਦੋਂ ਉੱਥੇ ਇਲੈਕਸ਼ਨਸ ਹੁੰਦੀਆਂ ਨੇ, ਜਾਂ ਫਿਰ ਉੱਥੇ ਹੁੰਦੇ ਨੇ ਜਿੱਥੇ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਹੋਣ ਵਾਲੀਆਂ ਹੁੰਦੀਆਂ ਨੇ ਜੀ। ਹੁਣ ਹੋਮ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਨਹੀਂ, ਕਿਤੇ ਨਾ ਕਿਤੇ ਉਹ ਕੀ ਲੱਗਦਾ ਹੈ ਸਾਨੂੰ, ਕਾਰਜਕਰਤਾ ਲੱਗਦਾ ਪਾਰਟੀ ਦਾ। ਇੱਦਾਂ ਹੀ ਪ੍ਰਧਾਨ ਮੰਤਰੀ ਸਾਹਿਬ ਹੈ, ਪ੍ਰਧਾਨ ਮੰਤਰੀ ਸਾਹਿਬ ਸਾਨੂੰ ਪ੍ਰਧਾਨ ਮੰਤਰੀ ਘੱਟ ਤੇ ਕਾਰਜਕਰਤਾ ਜ਼ਿਆਦਾ ਲੱਗਦੇ ਨੇ, ਤੇ ਉਹ ਵੀ ਉਸ ਪਾਰਟੀ ਦੇ ਜਿਹਨਾਂ ਪਾਰਟੀ ਦੇ ਉਹ ਬਿਲੋਂਗ ਕਰਦੇ ਨੇ ਜੀ। ਇਸ ਸੰਘੀ ਢਾਂਚੇ ਨੂੰ ਬਹੁਤ ਵੱਡਾ ਖਤਰਾ ਹੈ। ਔਰ ਜੇ ਕੋਈ, ਮੈਨੂੰ ਲੱਗਦਾ ਕਿ ਸ਼ਾਇਦ ਇਹ 2-4 ਦਿਨਾਂ ਦੀ ਜਿਹਨਾਂ ਦੀ ਕਾਰਵਾਈ ਦੇਖ ਲਵੇ ਤਾਂ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਪ੍ਰੈਫਰੈਂਸ ਕਿੱਥੇ ਆ। ਪ੍ਰੈਫਰੈਂਸ ਸਿਰਫ ਪਾਰਟੀ ਨੂੰ ਹੈ, ਨਾ ਕਿ ਦੇਸ਼ ਹਿੱਤ ਨੂੰ ਹੈ, ਨਾ ਕਿ ਲੋਕ ਹਿੱਤ ਨੂੰ ਹੈ, ਨਾ ਕਿ ਇੱਕ ਪੂਰੇ ਸਟਰਕਚਰ ਨੂੰ ਡਿਵੈਲਪ ਕਰਨ ਦੇ ਹਿੱਤ 'ਚ ਹੈ, ਇਹ ਪਾਰਟੀ ਦੇ ਹਿੱਤ 'ਚ ਹੈ। ਹੁਣ ਮੈਂ ਜੋ ਆਪਾਂ ਬਿਹਾਰ ਦੀ ਗੱਲ ਕਰਦੇ ਹਾਂ, ਬਿਹਾਰ ਦੇ ਵਿੱਚ ਜਦੋਂ ਇਹ ਧੂਆਂਧਾਰ ਰੈਲੀਆਂ ਕੀਤੀਆਂ ਇਹਨਾਂ ਨੇ, ਇਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਲਾਲੂ ਦਾ ਜਿਹੜਾ ਛੋਟਾ ਮੁੰਡਾ ਤੇਜਸਵੀ ਯਾਦਵ ਉਹ ਜਿੱਤ ਨਾ ਜਾਵੇ। ਉਹ ਬਹੁਤ ਵੱਡਾ ਸਪੀਕਰ ਹੈ, ਬਹੁਤ ਚੰਗਾ ਸਪੀਕਰ ਹੈ ਔਰ ਬਹੁਤ ਵੱਡਾ ਵਕਤਾ ਵੀ ਹੈ। ਉਹ ਮੰਤਰ ਮੁਗਧ ਕਰ ਲੈਂਦਾ, ਜਿਹਨੂੰ ਅਸੀਂ ਸਪੈਲ ਬਾਉਂਡਰ ਕਹਿੰਦੇ ਆ, ਉਹ ਬੰਦਾ ਉੱਦਾਂ ਦੀਆਂ ਗੱਲਾਂ ਕਰਦਾ ਆ। ਇਹਨਾਂ ਨੂੰ ਲੱਗਦਾ ਸੀ ਕਿ ਉਹਦੀ ਕੈਂਪੇਨ ਦੇ ਵਿੱਚ ਲੋਕੀ ਵੀ ਬਹੁਤ ਆਉਂਦੇ ਨੇ, ਲੋਕੀ ਉਹਨੂੰ ਐਡਮਾਇਰ ਵੀ ਕਰਨਾ ਸ਼ੁਰੂ ਕਰ ਦਿੱਤਾ। ਬਈ ਹੁਣ ਕੀ ਹੋਊਗਾ? ਲੱਕ ਬੰਨ ਦਿੱਤਾ ਇਹਨਾਂ ਨੇ ਨਰਿੰਦਰ ਮੋਦੀ ਦਾ, ਤੇ ਲੱਕ ਬੰਨ ਦਿੱਤਾ ਇਹਨਾਂ ਨੇ ਅਮਿਤ ਸ਼ਾਹ ਹੋਣਾ ਦਾ। ਦੇਖਿਆ ਇੰਨੀਆਂ ਰੈਲੀਆਂ ਸ਼ਾਇਦ ਤੁਸੀਂ ਇਸ ਕੈਂਪੇਨ ਦੇ ਵਿੱਚ ਦੇਖੋ ਕਦੇ ਕਿਤੇ ਹੋਰ ਨਹੀਂ ਹੋਈਆਂ ਹੋਣੀਆਂ ਜਿੰਨੀਆਂ ਬਿਹਾਰ ਦੇ ਵਿੱਚ ਹੋਈਆਂ ਜੀ। ਹੁਣ ਇੱਦਾਂ ਹੀ ਸੇਮ ਪੱਛਮੀ ਬੰਗਾਲ ਦੇ ਵਿੱਚ ਹੋ ਰਿਹਾ। ਅੱਜ ਮੈਂ ਸਟੇਟਮੈਂਟ ਪੜ੍ਹ ਰਿਹਾ ਸੀਗਾ ਮਮਤਾ ਬੈਨਰਜੀ ਦੀ, ਤੁਸੀਂ ਦੇਖੋ ਇੰਨਾ ਡਿਫੇਮ ਕੀਤਾ ਜਾ ਰਿਹਾ ਕਿ ਮਮਤਾ ਕੱਲੀ ਰਹਿ ਜੂਗੀ, ਮਮਤਾ ਕੱਲੀ ਹੈ, ਸਾਡੇ ਕੋਲ ਆ ਗਏ ਸਾਰੇ, ਕਿੱਦਾਂ ਇਹ ਸਾਨੂੰ ਸਭ ਨੂੰ ਪਤਾ ਹੈ ਕਿ ਕਿੱਦਾਂ ਕੋਈ ਐਮਐਲਏ ਟੁੱਟ ਕੇ ਆਉਂਦਾ ਆ, ਸਭ ਨੂੰ ਪਤਾ ਹੈ। ਅੱਜ ਉਹਨਾਂ ਦੀ ਸਟੇਟਮੈਂਟ ਸੀਗੀ ਕਿ ਜਿੱਦਾਂ ਟਰੰਪ ਦਾ ਹੰਕਾਰ ਟੁੱਟਿਆ ਆ, ਇਹਦਾ ਇਸ ਤੋਂ ਵੱਧ ਕੇ ਟੁੱਟਣਾ ਆ। ਕਿ ਮੈਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਚੀਕ ਜਿਹੜੀ ਆ ਉਹ ਦਿਖਣੀ ਸ਼ੁਰੂ ਹੋ ਗਈ ਹੈ, ਕਿਉਂਕਿ ਇਹ ਹੱਥ ਕੰਡੇ ਬਣਾਉਣੇ ਸ਼ੁਰੂ ਹੋ ਜਾਂਦੇ। ਉਹਦੇ ਭਤੀਜੇ ਨੇ ਜਿਹੜਾ ਸੀਗਾ ਉਦੋਂ ਗੱਲ ਚੱਕ ਲਈ ਵੀ ਬਈ ਇਹਨਾਂ ਦੀ ਜਿਹੜੀ ਇੱਕ ਯੂਥ ਲੀਡਰ ਹੈ ਉਹਦੇ ਕੋਲੇ ਕੋਕਾਈਨ ਨਿਕਲਦੀ ਆ, ਉਸ ਤੋਂ ਬਾਅਦ ਇਹ ਜਿਹੜੀ ਭਤੀਜ ਨੋ ਆ ਉਹਨੂੰ ਸਮਣ ਆ ਜਾਂਦੇ ਆ ਤੇ ਫਿਰ ਹਾਲਾ ਲਾਲਾ ਹੋ ਜਾਂਦੀ ਆ। ਹੁਣ ਇਹ ਹੀ ਸਾਰੀਆਂ ਸਟੇਟਮੈਂਟਸ ਨੂੰ ਲੈ ਕੇ ਉਹਨੇ ਕਿਹਾ ਕਿ ਜੋ ਟਰੰਪ ਕਰ ਰਿਹਾ ਇਹ ਉਦੋਂ ਕਿਤੇ ਦੁੱਗਣਾ ਕਰ ਰਿਹਾ ਔਰ ਇਹਦਾ ਹਾਲ ਟਰੰਪ ਤੋਂ ਬੁਰਾ ਹੋਣਾ ਆ। ਸੋ ਬਾਕੀ ਖੈਰ ਸਾਹਿਬ ਜਿਹੜਾ ਹਾਲ ਜਿਹੜਾ ਹੈ ਉਹ ਤਾਂ ਸਮਾਂ ਦੱਸੇਗਾ, ਪਰ ਇਸ ਵਕਤ ਕਿਉਂਕਿ ਸੱਤਾ ਵਿੱਚ ਨੇ ਤੇ ਪੂਰਾ ਆਪਣੀ ਪਾਵਰ ਦਾ ਮਿਸਯੂਜ਼ ਲਗਾਤਾਰ ਕਰ ਰਹੇ ਨੇ। ਸੋ ਦੁਬਾਰਾ ਹੁਣ ਥੋੜਾ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ। ਸੋ ਅਗਰ ਗੱਲ ਕਰੀਏ ਹਰਿਆਣਾ ਸਰਕਾਰ ਦੀ, ਤਾਂ ਹਰਿਆਣਾ ਸਰਕਾਰ ਖੱਟਰ ਸਰਕਾਰ ਨੂੰ ਸਮਰਥਨ ਜਿਹੜੇ ਦੇ ਰਹੇ ਸੀਗੇ, ਇੱਕ ਆਜ਼ਾਦ ਉਮੀਦਵਾਰ, ਇੱਕ ਆਜ਼ਾਦ ਐਮਐਲਏ ਸੀਗੇ, ਉਹਨਾਂ ਨੇ ਆਪਣੀ ਜਿਹੜੀ ਸਮਰਥਨ ਹੈ ਵਾਪਸ ਲੈ ਲਈ ਕਿਉਂਕਿ ਕਿਸਾਨਾਂ ਦੇ ਨਾਲ ਆ ਕੇ ਖੜੇ ਹੋ ਗਏ। ਹੁਣ ਉਹਨਾਂ ਦੇ ਉੱਪਰ ਜਿਹੜਾ ਦਾ ਨਾਮ ਹੈ ਬਲਰਾਜ ਕੁੰਡੂ, ਠੀਕ ਹੈ, ਜੋ ਕਿ ਆਜ਼ਾਦ ਵਿਧਾਇਕ ਨੇ, ਹੁਣ ਉਹਨਾਂ ਦੇ ਘਰ ਤੋਂ ਇਲਾਵਾ ਉਹਨਾਂ ਦੀਆਂ ਹੋਰ 30 ਥਾਵਾਂ, ਚਾਹੇ ਬਿਜ਼ਨਸ ਕਰਦੇ ਹੋਣ ਜਾਂ ਕੋਈ ਵੀ ਕੰਮ ਚੱਲਦੇ ਹੋਣ, ਸੋ ਉਹਨਾਂ ਦੇ ਉੱਪਰ ਹੁਣ ਰੇਡ ਸੱਟੀ ਜਾ ਰਹੀ ਹੈ ਜੀ। ਯਾਨੀ ਕਿ ਅਸੀਂ ਪਹਿਲਾਂ ਵੀ ਕਾਫੀ ਵਾਰੀ ਗੱਲ ਕਰ ਚੁੱਕੇ ਹਾਂ ਕਿ ਚਾਹੇ ਕੋਈ ਵੀ ਏਜੰਸੀ ਹੋਵੇ, ਸੋ ਹਰ ਇੱਕ ਏਜੰਸੀ ਦੀ ਵਰਤੋਂ ਕਰਕੇ ਸਿਰਫ ਪ੍ਰੈਸ਼ਰ ਬਣਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਕਿ ਅਸੀਂ ਹੁਣ ਜਸਟ ਸੰਮਣ ਭੇਜੇ ਆ, ਕੱਲ੍ਹ ਨੂੰ ਤੁਸੀਂ ਅਗਰ ਆਪਣੀ ਸਪੋਰਟ ਵਾਪਸ ਨਾ ਲਈ, ਮਤਲਬ ਤੁਸੀਂ ਕਿਸਾਨਾਂ ਨੂੰ ਸਪੋਰਟ ਜਿਹੜੀ ਦੇ ਰਹੇ ਹੋ ਵਾਪਸ ਨਾ ਲਈ, ਤੁਸੀਂ ਕੁਝ ਹੋਰ ਵੀ ਕਰ ਸਕਦੇ ਆ, ਤੁਹਾਡੇ ਕਾਗਜ਼ ਸਾਡੇ ਕੋਲ ਨੇ। ਸੋ ਕਾਗਜ਼ਾਂ ਦੀ ਜਿਹੜੀ ਕਹਾਣੀ ਹੈ ਸਰਕਾਰ ਉਹਦਾ ਚੰਗੀ ਖੇਡਣੀ ਆਉਂਦੀ ਹੈ, ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਕਾਗਜ਼ ਜਿਹੜੇ ਨੇ ਉਹਨਾਂ ਦੇ ਉੱਪਰ ਜਿਹੜੀ ਮੋਹਰ ਲੱਗਣੀ ਉਹ ਲੋਕਾਂ ਦੀ ਲੱਗਣੀ, ਕਿਉਂਕਿ ਲੋਕਤੰਤਰ ਚੱਲ ਰਿਹਾ। ਸੋ ਜਿੰਨਾ ਮਰਜ਼ੀ ਮੈਂ ਕਹਿੰਦਾ ਭਾਵੇਂ ਐਮਐਲਏ ਖਰੀਦ ਲੈਣ, ਭਾਵੇਂ ਡਰਾ ਲੈਣ, ਭਾਵੇਂ ਧਮਕਾ ਲੈਣ, ਸੋ ਇੱਕ ਨਾ ਇੱਕ ਦਿਨ ਜਿਹੜਾ ਸੱਚ ਹੈ ਉਹ ਸਾਹਮਣੇ ਜ਼ਰੂਰ ਆਵੇਗਾ। ਜਿਹੜਾ ਅਸਲੀ ਜਿਹੜਾ ਲੋਕਤੰਤਰ ਹੈ ਉਸ ਦੀ ਜਿਹੜੀ ਜਿੱਤ ਹੈ ਉਹ ਜ਼ਰੂਰ ਹੋਵੇਗੀ। ਸੋ ਉਸ ਜਿੱਤ ਨੂੰ ਮੈਂ ਕਹਿੰਦਾ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਉਸ ਨੂੰ ਜਿੱਤ ਨੂੰ ਮੰਨਣਾ ਚਾਹੁੰਦੇ ਹਾਂ, ਤਾਂ ਬੜਾ ਜ਼ਰੂਰੀ ਹੈ ਕਿ ਇਸ ਵਕਤ ਜੋ ਦੇਸ਼ ਵਿੱਚ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਸਾਡੇ ਕਿਸਾਨਾਂ ਦਾ, ਉਸ ਅੰਦੋਲਨ ਨੂੰ ਅਸੀਂ ਕਾਮਯਾਬ ਬਣਾਈਏ। ਕਿਉਂਕਿ ਸ਼ਾਇਦ ਕੁਝ ਕੁ ਲੋਕ ਨੇ ਜਿਹੜੇ ਹਾਲੇ ਵੀ ਥੋੜਾ ਨਾ ਮਤਲਬ ਭਟਕ ਗਏ ਨੇ ਕਿ ਚਲੋ ਚੱਲ ਰਿਹਾ ਤੇ ਚੱਲੀ ਜਾ ਰਿਹਾ, ਪਰ ਦੋਸਤੋ ਰੈਗੂਲਰ ਸਪੋਰਟ ਦੀ ਲੋੜ ਹੈ, ਕਿਉਂਕਿ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਅਗਰ ਥੋੜਾ ਅਸੀਂ ਇਗਨੋਰ ਕਰ ਦਈਏ, ਹੋਰਾਂ ਮਸਲਿਆਂ ਪਰ ਧਿਆਨ ਦੇ ਦਈਏ, ਤਾਂ ਸ਼ਾਇਦ ਹੌਲੀ ਕਰਕੇ ਲੋਕ ਜਿਹੜੇ ਨੇ ਤਿੱਤਰ ਬਿੱਤਰ ਹੋ ਜਾਣਗੇ, ਘਰਾਂ ਨੂੰ ਪਰਤ ਜਾਣਗੇ। ਪਰ ਦੋਸਤੋ ਅਸੀਂ ਪਰਤਣਾ ਨਹੀਂ ਹੈ, ਭਾਵੇਂ ਡਿਊਟੀਆਂ ਬੰਦ ਰਹੀਆਂ ਗਈਆਂ ਨੇ, ਪਰ ਜਨਾਬ ਤੁਸੀਂ ਵੀ ਆਪਣੀ ਡਿਊਟੀ ਜਿਹੜੀ ਹੈ ਲਗਾਤਾਰ ਨਿਭਾਓ, ਭਾਵੇਂ ਜਿਸ ਮਰਜ਼ੀ ਕੋਨੇ 'ਚ ਬੈਠੇ ਹੋਵੇ ਦੁਨੀਆ ਦੇ। ਇੰਸਟਾਗ੍ਰਾਮ ਯੂਜ਼ ਕਰੋ, ਵਟਸਐਪ ਯੂਜ਼ ਕਰੋ, ਟਵਿੱਟਰ ਯੂਜ਼ ਕਰੋ, ਹਰ ਜਗ੍ਹਾ ਜਿਹੜੀ ਪੋਸਟਾਂ ਪਾਓ ਤੇ ਹੋਰ ਲੋਕਾਂ ਨੂੰ ਆਪਣੇ ਨਾਲ ਇਸ ਅੰਦੋਲਨ ਦੇ ਵਿੱਚ ਸ਼ਾਮਲ ਕਰੋ। ਵਾਕਈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਕਿਸਾਨਾਂ ਦੀ ਸਪੋਰਟ ਕਰਦੇ ਹੋ, ਤੇ ਜ਼ਰੂਰੀ ਨਹੀਂ ਕਿ ਸਪੋਰਟ ਜਿਹੜੀ ਹੈ ਉਹ ਉਸ ਜਗ੍ਹਾ ਦੇ ਉੱਤੇ ਆ ਕੇ ਹੋਣੀ ਹੈ ਜਿੱਥੇ ਧਰਨਾ ਲੱਗਾ ਹੋਇਆ। ਜੀ। ਕਈ ਵਾਰ ਸਪੋਰਟ ਅਸੀਂ ਦੂਰੋਂ ਵੀ ਕਰਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਤੇ ਡਿਸਟੈਂਸ ਵਰਕ ਫਰੋਮ ਹੋਮ ਕਰ ਰਿਹਾ, ਜਿਵੇਂ ਕੈਪਟਨ ਅਮਰਿੰਦਰ ਹੁਣੀ ਵਰਕ ਫਰੋਮ ਹੋਮ ਕਰ ਰਹੇ ਆ। ਇੱਦਾਂ ਦੀ ਸਪੋਰਟ ਵੀ ਤੁਸੀਂ ਨਹੀਂ ਕਰਨੀ ਹੈਗੀ, ਕਿਉਂਕਿ ਸਾਨੂੰ ਚੰਗੀ ਸਪੋਰਟ ਚਾਹੀਦੀ ਆ, ਉਹ ਸਪੋਰਟ ਜਿਹੜੀ ਜੈਨੂਇਨ ਆ। ਇਹ ਨਹੀਂ ਕਿ ਤੁਸੀਂ ਆਪਣੀ ਪੋਲੀਟੀਕਲ ਰੋਟੀਆਂ ਸੇਕਣ ਦੇ ਆ, ਜਿਵੇਂ ਨਰਿੰਦਰ ਸਿੰਘ ਤੋਮਰ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹ ਸੇਕ ਰਹੇ ਨੇ। ਅੱਛਾ, ਇਹ ਗੱਲ ਬਹੁਤ ਮੈਨੂੰ ਚੰਗੀ ਲੱਗੀ ਸੀ, ਕਿਉਂਕਿ ਜੇ ਅਸੀਂ ਬਲਬੀਰ ਸਿੰਘ ਰਾਜੇਵਾਲ ਦੀ ਕਰ ਲਈਏ, ਜੋਗਿੰਦਰ ਸਿੰਘ ਉਗਰਾਹਾਂ ਦੀ ਕਰ ਲਈਏ, ਡਾਕਟਰ ਦਰਸ਼ਨਪਾਲ ਦੀ ਗੱਲ ਕਰੀਏ, ਤੇ ਰਕੇਸ਼ ਟਕੈਤ ਹੋਣਾ ਦੀ ਗੱਲ ਕਰ ਲਈਏ, ਤੇ ਬਹੁਤ ਸਾਰੇ ਹੋਰ ਲੀਡਰਾਂ ਦੀ ਗੱਲ ਕਰਦੇ ਆ, ਉਹ ਸਾਰੇ ਇਕਜੁੱਟ ਹੋ ਕੇ ਕਹਿੰਦੇ ਨੇ ਕਿ ਬਈ ਹੁਣ ਤੋਮਰ ਸ਼ੋਮਰ ਦੇ ਨਾਲ ਗੱਲਬਾਤ ਨਹੀਂ ਹੋਣੀ।
ਪਰ ਉਹ ਕਹਿੰਦੇ ਨਹੀਂ ਹੁੰਦੇ ਕਿ ਸੱਦੀ ਨਾ ਬੁਲਾਈ ਤੇ ਆਪ ਲਾੜੇ ਦੀ ਤਾਈ। ਅੱਜ ਕੱਲ ਤੋਮਰ ਹੁਣੀ ਬਹੁਤ ਸਾਰੀ ਸਟੇਟਮੈਂਟਸ ਦੇ ਰਹੇ ਨੇ। ਉਹਨਾਂ ਨੇ ਸਟੇਟਮੈਂਟ ਕਿਹਾ ਵੀ ਹੱਲੇ ਵੀ ਜਿਹੜਾ ਹੈ ਅਸੀਂ ਤਿਆਰ ਹਾਂ ਗੱਲਬਾਤ ਕਰਨ ਨੂੰ, ਪਰ ਜਿਹੜਾ ਪਹਿਲਾਂ ਵਾਲਾ ਪ੍ਰਪੋਜ਼ਲ ਹੈ ਉਹਦੇ ਉੱਤੇ ਗੌਰ ਕੀਤਾ ਜਾਵੇ। ਹੁਣ ਪਹਿਲਾਂ ਵਾਲਾ ਪ੍ਰਪੋਜ਼ਲ ਇਹ ਹੈ ਕਿ ਤੁਸੀਂ 2 ਸਾਲ ਲਈ 1.5 ਸਾਲ ਦੇ ਲਈ ਰੋਕ ਦੇ ਉੱਤੇ ਸਹਿਮਤ ਹੋ ਜਾਓ ਤੇ ਉਸ ਤੋਂ ਬਾਅਦ ਅਸੀਂ ਕਮੇਟੀ ਬਣਾਵਾਂਗੇ ਤੇ ਕਮੇਟੀ ਦੇ ਨਾਲ ਅਸੀਂ ਆਪਣੇ ਜਿਹੜੇ ਆ ਵਖਰੇਵੇਂ ਆ ਉਹਨਾਂ ਨੂੰ ਸਮਝਣ ਦੀ ਤੇ ਸੰਭਾਲਣ ਦੀ ਜਾਂ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਤੱਕ ਕਿਹੜੇ ਕਮੇਟੀ ਨੇ ਵਖਰੇਵੇਂ ਜਿਹੜੇ ਆ ਉਹ ਸੁਲਝਾਏ ਆ? ਇਹਨਾਂ ਦੇ ਵੱਲੋਂ ਬਣਾਈ ਗਈ ਕਮੇਟੀ ਜਿਹੜੀ ਸਵਾਮੀਨਾਥਨ ਸੀਗੀ, ਜਿਹਨੂੰ ਅਸੀਂ C2 ਫਾਰਮੂਲਾ ਵੀ ਕਹਿੰਦੇ, C1 ਵੀ ਕਹਿੰਦੇ ਆ, ਉਹਦੀਆਂ ਜਿਹੜੀਆਂ ਪੜਤਾਂ ਉਹ ਅੱਜ ਤੱਕ ਨਹੀਂ ਇਹਨਾਂ ਨੇ ਲਾਗੂ ਕੀਤੀਆਂ। ਤੇ ਇਹਨਾਂ ਨੇ ਉਹ ਕਮੇਟੀ ਜਿਹਦੇ ਵਿੱਚ 4 ਬੰਦੇ ਆਪਦੇ ਬਿਠਾ ਕੇ ਤੇ ਸਾਡਾ ਕੀ ਮਸਲਾ ਸੁਲਝਾ ਦੇਣਾ। ਸੋ ਇਹ ਇੱਕ ਤਰੀਕੇ ਨਾਲ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਜਿਹੜਾ ਫੋਨ ਆ, ਜਿਹੜਾ ਹੁਣ ਫੋਨ ਕਹਿੰਦੇ ਸੀ ਕਿ ਅਸੀਂ ਕਾਲ ਅਵੇ ਆ, ਉਹ ਫੋਨ ਤੇ ਜਾਂ ਤਾਂ ਫਿਰ ਹੁਣ ਲਿਆ ਕੇ ਸਾਡੇ ਹੱਥ 'ਚ ਫੜਾ ਦੇਣ, ਜਾਂ ਫਿਰ ਹੁਣ ਜਿਹੜਾ ਮਨ ਖੁੱਲਾ ਆ ਉਹਨੂੰ ਭੀੜਾ ਕਰਕੇ ਦੇਖ ਲੈਣ, ਸ਼ਾਇਦ ਕੀ ਪਤਾ ਗੱਲਬਾਤ ਬਣ ਜਾਵੇ, ਕਿਉਂਕਿ ਖੁੱਲੇ ਮਨ ਨਾਲ ਤਾਂ ਗੱਲ ਨਹੀਂ ਬਣੀ। ਸਰਕਾਰਾਂ ਇਹ ਨਹੀਂ ਸਮਝਦੀਆਂ ਹੈਗੀਆਂ ਕਿ ਜੋ ਇਹ ਕਰ ਰਹੀਆਂ ਨੇ ਸ਼ਾਇਦ ਇਹਨਾਂ ਨੂੰ ਪੇ ਬੈਕ ਕਰਨਾ ਪਵੇ, ਕਿਉਂਕਿ ਹਰ ਕੋਈ ਦੇਖ ਰਿਹਾ ਔਰ ਹਰ ਕੋਈ ਜਿਹੜਾ ਆ ਐਨਾਲਿਸਿਸ ਕਰ ਰਿਹਾ, ਇੰਟੈਲੈਕਟ ਬਣ ਰਿਹਾ, ਔਰ ਸਰਕਾਰਾਂ ਦੀਆਂ ਇਹ ਦਮਨਕਾਰੀਆਂ ਨੀਤੀਆਂ ਸ਼ਾਇਦ ਇਸ ਅੰਦੋਲਨ ਨੂੰ ਦਬਾ ਨਹੀਂ ਸਕਣਗੀਆਂ। ਜੀ, ਸੋ ਵਾਕਈ ਅਸੀਂ ਬਾਰ-ਬਾਰ ਜ਼ਿਕਰ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਜਿਹੜੇ ਮਿਨਿਸਟਰ ਨੇ, ਜਿਵੇਂ ਖਹਿਰਾ ਸਾਹਿਬ ਨੇ ਪਹਿਲਾਂ ਗੱਲ ਕੀਤੀ ਹੋਮ ਮਿਨਿਸਟਰ ਹੋਣਾ ਦੀ, ਫਿਰ ਗੱਲ ਕੀਤੀ ਡਿਫੈਂਸ ਮਿਨਿਸਟਰ ਦੀ, ਸੋ ਉਸੇ ਕੜੀ ਦੇ ਵਿੱਚ ਜਿਹੜੇ ਐਗਰੀਕਲਚਰ ਮਿਨਿਸਟਰ ਨੇ, ਖੇਤੀਬਾੜੀ ਮੰਤਰੀ, ਉਹਨਾਂ ਦਾ ਵੀ ਰਵੱਈਆ ਇੱਕ, ਸੋ ਉਹਨਾਂ ਦੀ ਪੋਜੀਸ਼ਨ ਦੇ ਅਕੋਰਡਿੰਗ, ਉਹਨਾਂ ਦੇ ਰੁਤਬੇ ਦੇ ਅਕੋਰਡਿੰਗ ਬਿਲਕੁਲ ਵੀ ਨਹੀਂ ਹੈ। ਭਾਵੇਂ ਸਾਡੇ ਪ੍ਰਧਾਨ ਮੰਤਰੀ ਲੈ ਲਓ, ਉਹ ਵੀ ਪ੍ਰਧਾਨ ਸੇਵਕ ਨਹੀਂ ਲੱਗਦੇ, ਬਸ ਡਿਕਟੇਟਰਸ਼ਿਪ ਲੱਗਦੇ ਨੇ, ਜਿਹੜੇ ਮਨ ਕੀ ਬਾਤ ਕਰਦੇ ਨੇ, ਸਟੇਡੀਅਮਾਂ ਦੇ ਨਾਮ ਆਪਣੇ ਨਾਮ ਕਰਦੇ ਨੇ, ਤੇ ਸਰਕਾਰੀ ਖਜ਼ਾਨਿਆਂ ਵਿੱਚ ਸਰਕਾਰੀ ਏਜੰਸੀਆਂ ਦੇ ਜਿਹੜੇ ਕੁਝ ਜਿਹੜੇ ਘਰਾਣੇ ਵੱਡੇ ਵੱਡੇ ਨੇ, ਉਹਨਾਂ ਨੂੰ ਸਾਰੀਆਂ ਜਿਹੜੀ ਕੰਪਨੀ ਨੇ ਉਹ ਪ੍ਰਾਈਵੇਟ ਆਪਣੇ ਪਲੇਅਰਸ ਜਿਹੜੇ ਨੇ, ਜਿਹਨਾਂ ਨਾਲ ਹੱਥ ਪਹਿਲਾਂ ਲੁੱਕ ਕੇ ਮਿਲਾਉਂਦੇ ਸੀਗੇ, ਹੁਣ ਸਰੇਆਮ ਜੱਫੀਆਂ ਪਾ ਕੇ ਮਿਲਾ ਰਹੇ ਨੇ। ਸਿਰਫ ਉਹਨਾਂ ਨੂੰ ਸਿਰਫ ਉਹ ਟਰਾਂਸਫਰ ਕੀਤਾ ਜਾ ਰਿਹਾ। ਹੁੰਦਾ ਨਹੀਂ ਖੈਰ ਸਾਹਿਬ, ਜਿਵੇਂ ਕੋਈ ਜ਼ਮੀਨ ਆਪਣੇ ਨਾਮ ਕਰਨ ਵਿੱਚ ਘਰ ਕੋਈ ਬੰਦਾ ਖੜਾ ਕਰ ਦਿੰਦੇ ਆ ਕਿ ਹਾਂਜੀ ਇਹ ਜ਼ਮੀਨ ਹੈ ਤੁਹਾਡੀ, ਤੁਸੀਂ ਜੀ ਗਵਾਹੀ ਭਰ ਦਿਓ। ਸੋ ਮੋਦੀ ਸਾਹਿਬ ਸਿਰਫ ਗਵਾਹੀ ਭਰ ਰਹੇ ਨੇ, ਸਰਕਾਰੀ ਜਿੰਨੀਆਂ ਵੀ ਏਜੰਸੀਆਂ ਕੰਪਨੀਆਂ ਸੀਗੀਆਂ ਉਹ ਬਸ ਪ੍ਰਾਈਵੇਟ ਕਰਾਣੇ ਜਾ ਰਹੀਆਂ ਨੇ, ਮੋਦੀ ਬਸ ਉਹਨਾਂ ਦਾ ਸਾਈਨ ਕਰ ਰਹੇ, ਹਾਂ ਹਾਂ ਠੀਕ ਹੈ, ਤਾਂ ਬਸ ਉਹ ਚੀਜ਼ ਚੱਲ ਰਹੀ ਹੈ ਸਰਕਾਰ। ਦੇਖੋ, ਸਰਕਾਰਾਂ ਦਾ ਬਹੁਤ ਵੱਡਾ ਫੇਲੀਅਰ ਹੁੰਦਾ। ਹੁਣ ਜੇ ਅਸੀਂ ਕਹਿ ਲਈਏ ਕਿ ਬਈ ਸਾਡੇ ਆ ਨਿਆਣੇ ਆ, ਸਾਡੇ ਤੋਂ ਵਿਆਹ ਨਹੀਂ ਜਾਣੇ, ਅਸੀਂ ਇਹਨਾਂ ਨੂੰ ਕਹਿੰਦੇ ਆ ਕਿਸੇ ਨੂੰ ਦਾਨ ਕਰ ਦਿੰਦੇ, ਆਪੇ ਵਿਆਹਣਗੇ, ਪੜਾਉਣਗੇ, ਲਿਖਾਉਣਗੇ, ਤੇ ਫਿਰ ਉਹ ਕਹਿੰਦੇ ਨੇ ਹੁੰਦੇ ਹਰਦੂ ਲਾਉਣ ਤੋਂ ਨਾ ਅਸੀਂ ਪੇਕਿਆਂ ਦੇ ਉੱਤੇ ਜਿਹੜੇ ਆਪਦੇ ਨਿਆਣੇ ਨਹੀਂ ਸਾਂਭ ਸਕਦੇ। ਹੁਣ ਸਰਕਾਰਾਂ ਦੀ ਕੰਪਨੀਆਂ ਨੇ, ਸਾਡੇ ਕੋਲ ਐਡਾ ਵੱਡਾ ਤੰਤਰ ਹੈ, ਚਾਹੇ DRDO ਕਹਿ ਲਓ, ਡਿਫੈਂਸ ਕਹਿ ਲਓ, ਸਾਡੇ ਕੋਲ ਮਿਨਿਸਟਰੀਆਂ ਬਣੀਆਂ ਨੇ, ਔਰ ਮਿਨਿਸਟਰੀਆਂ ਦੇ ਵਿੱਚ ਬੜੇ ਕਾਬਲ ਲੋਕ ਗੱਲ ਕਰਦੇ ਨੇ। ਮੈਂ ਮਿਨਿਸਟਰਾਂ ਦੀ ਗੱਲ ਨਹੀਂ ਕਰ ਰਿਹਾ, ਉਹਨਾਂ ਦੇ ਥੱਲੇ IAS ਆਫੀਸਰ ਵੀ ਹੁੰਦੇ ਨੇ, ਬੜੇ ਕਾਬਲ ਲੋਕ ਕੰਮ ਕਰਦੇ ਨੇ। ਕਿ ਸਾਡਾ ਐਡਾ ਵੱਡਾ ਫੇਲੀਅਰ ਹੈ ਕਿ ਸਾਡੀ ਹਰ ਏਜੰਸੀ ਜਿਹੜੀ ਗਵਰਨਮੈਂਟ ਏਜੰਸੀ ਹੈ ਉਹ ਘਾਟੇ 'ਚ ਜਾ ਰਹੀ ਹੈ। ਉਹੀ ਤੰਤਰ ਦੇ ਵਿੱਚ ਉਹ ਕੰਮ ਕਰ ਰਿਹਾ, ਉਹੀ ਤੰਤਰ ਦੇ ਵਿੱਚ ਅਗਲੀ ਚੀਜ਼ ਕੰਮ ਕਰ ਰਹੀ ਹੈ ਜੀ। ਸੋ ਸਿਸਟਮ ਬਣਾਇਆ ਜਾ ਰਿਹਾ, ਪਹਿਲਾਂ ਉਹਨੂੰ ਘਾਟੇ 'ਚ ਪਾਇਆ, ਫਿਰ ਉਹ ਕਹਿੰਦੇ ਜੀ ਇਹ ਬਹੁਤ ਘਾਟੇ 'ਚ, ਇਹਨੂੰ ਵੇਚ ਦਿਓ। ਉਹੀ ਘਾਟੇ ਦੀ ਚੀਜ਼ 'ਚੋਂ ਪ੍ਰਾਈਵੇਟ ਪਲੇਅਰ ਮੁਨਾਫਾ ਕਮਾਉਂਦਾ, ਦੁੱਗਣਾ ਤਿੱਗਣਾ ਚੌਗਣਾ ਮੁਨਾਫਾ ਕਮਾਉਂਦਾ ਆ। ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਸਾਜ਼ਿਸ਼ ਹੈ, ਇੱਕ ਨਾਕਾਬਲੀਅਤ ਹੈ ਕਿ ਤੁਸੀਂ ਆਪਦੇ ਘਰ ਵਿੱਚ ਆਪਦੀ ਚੀਜ਼ ਨਹੀਂ ਸਾਂਭ ਸਕਦੇ, ਕਿਉਂਕਿ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਸਰਕਾਰੀ ਇੱਕ ਕੋਈ ਤੰਤਰ ਹੁੰਦਾ, ਚਾਹੇ ਅਸੀਂ ਕਿਸੇ ਵੀ ਤੰਤਰ ਦੀ ਗੱਲ ਕਰ ਲਈਏ, ਤੇ ਉੱਥੇ ਰੋਜ਼ਗਾਰ ਬਹੁਤ ਹੁੰਦਾ, ਇੱਕ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ, ਪ੍ਰੈਸ਼ਰ ਨਹੀਂ ਹੁੰਦਾ, ਆਮ ਲੋਕਾਂ ਦਾ ਜਨ ਜੀਵਨ ਜਿਹੜਾ ਸੁਧਰਨਾ ਸ਼ੁਰੂ ਹੋ ਜਾਂਦਾ ਹੈ। ਪਰ ਜਦੋਂ ਤੁਸੀਂ ਪ੍ਰਾਈਵੇਟ ਦੀ ਗੱਲ ਕਰਦੇ ਆ ਤੇ ਫਿਰ ਉਹ ਕੀ ਕਰਦੇ ਨੇ, ਜਿੱਥੇ ਕੋਈ ਬੰਦਾ 80,000 'ਚ ਰੱਖਿਆ ਹੁੰਦਾ ਸਰਕਾਰੀ ਨੇ, ਤੇ ਉਹ ਬੰਦੇ 80 ਦੇ ਵਿੱਚ ਉਹ 4 ਬੰਦੇ ਰੱਖਦੇ 20,000 ਦੇ ਵਿੱਚ। ਸੋ ਸਰਕਾਰ ਜਿਹੜੀ ਹੈ ਉਹ 20,000 ਵਾਲਾ ਖੇਲ ਖੇਡਣਾ ਚਾਹੁੰਦੀ ਹੈ, ਉਹ ਕਿਸੇ ਦੀ ਡਿਵੈਲਪਮੈਂਟ ਨਹੀਂ ਚਾਹੁੰਦੀ। ਉਹ ਕਹਿੰਦੀ ਹੈ ਜੀ ਅਸੀਂ 4 ਬੰਦਿਆਂ ਨੂੰ ਰੋਜ਼ਗਾਰ ਦੀ ਗਿਣਤੀ ਹੋਣੀ ਹੈ, ਫਿਰ ਤੇ ਉਹ ਕਿੱਦਾਂ ਦਾ ਰੋਜ਼ਗਾਰ ਹੈ, ਕਿੱਦਾਂ ਦੀ ਕੁਆਲਿਟੀ ਲਾਈਫ ਹੈ, ਇਹ ਸਾਨੂੰ ਸਮਝਣੀ ਹੈ। ਕਿਉਂਕਿ ਜਿੱਥੇ 100 ਰੁਪਏ ਲੀਟਰ ਤੇਲ ਹੋਵੇ, ਤੁਸੀਂ ਇੰਨੇ ਥੋੜੇ ਪੈਸੇ ਕਮਾਓ ਤੇ ਫਿਰ ਗੱਲ ਨਹੀਂ ਬਣਦੀ ਹੈਗੀ ਜੀ। ਸੋ ਵਾਕਈ ਖੈਰ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ 20,000 ਵਾਲੀ, ਤਾਂ ਸਰਕਾਰ ਵਾਕਈ ਇਹੀ ਕੰਮ ਕਰ ਰਹੀ ਹੈ, ਕਿਉਂਕਿ ਜਿਹੜਾ ਗਰੀਬ ਤਬਕਾ ਹੈ, ਜਿਹੜਾ ਮਿਡਲ ਕਲਾਸ ਜਿਹੜੀ ਫੈਮਿਲੀ ਹੈ, ਉਹ ਕੀ ਕਰ ਰਹੇ ਨੇ, ਕੰਮ ਕਰ ਰਹੇ ਨੇ, ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਪੈਸਾ ਉਹਨਾਂ ਨੂੰ ਬਹੁਤ ਥੋੜਾ ਮਿਲ ਰਿਹਾ ਹੈ, ਐਂਡ ਇਸ ਥੋੜੇ ਪੈਸੇ ਦੇ ਬਾਵਜੂਦ ਉਹਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਉਹਨਾਂ ਨੂੰ ਜਿਹੜੀ ਲੈਜ਼ਰ ਜਿਹੜਾ ਟਾਈਮ ਹੁੰਦਾ, ਜਦ ਥੋੜਾ ਜਿਹਾ ਉਹਨਾਂ ਨੇ ਇੰਜੋਏ ਕਰਨਾ ਹੁੰਦਾ, ਥੋੜਾ ਜਿਹਾ ਸਕੂਨ ਨਾਲ ਬਹਿਣਾ ਹੁੰਦਾ, ਉਹਨਾਂ ਨੂੰ ਟਾਈਮ ਬਿਲਕੁਲ ਨਹੀਂ ਮਿਲ ਰਿਹਾ। ਕਿਉਂਕਿ ਦੁਨੀਆ ਦੇ ਕਾਫੀ ਸਾਰੇ ਵੱਡੇ ਵੱਡੇ ਲੋਕ ਜਿਹੜੇ ਨੇ ਉਹ ਕਹਿ ਚੁੱਕੇ ਨੇ ਕਿ ਭਾਰਤ ਅਜਿਹਾ ਮੁਲਕ ਬਣ ਚੁੱਕਾ ਜਿੱਥੇ ਅਮੀਰ ਹਰ ਰੋਜ਼ ਹੋਰ ਅਮੀਰ ਹੁੰਦਾ ਜਾ ਰਿਹਾ, ਤੇ ਜਿਹੜਾ ਗਰੀਬ ਹੈ ਹਰ ਰੋਜ਼ ਹੋਰ ਗਰੀਬ ਹੁੰਦਾ ਜਾ ਰਿਹਾ। ਕਿਉਂਕਿ ਆਏ ਦਿਨ ਅਸੀਂ ਖਬਰਾਂ ਦੇਖਦੇ ਹਾਂ ਕਿ ਅੰਬਾਨੀ ਸਾਹਿਬ ਨੇ ਜਿਹੜੇ ਟੋਪ ਦੇ ਇੰਨੇ ਅਮੀਰ ਬੰਦੇ ਨੇ, ਉਹਨਾਂ ਵਿੱਚ ਸੂਚੀ 'ਚ ਨਾਮ ਸ਼ਾਮਲ ਹੋ ਗਿਆ, ਫਿਰ ਹੋਰ ਗਾਂਹ ਹੋ ਗਏ, ਫਿਰ ਹੋਰ ਗਾਂਹ ਹੋ ਗਏ। ਸੋ ਸਿਲਸਿਲਾ ਜਾਰੀ ਹੈ। ਦੂਜੇ ਪਾਸੇ ਅਸੀਂ ਇੰਡੈਕਸ ਦੇਖਦੇ ਹਾਂ ਕਿ ਜਿਹੜਾ ਭਾਰਤ ਦਾ ਜਿਹੜਾ ਗਰੀਬ ਹੈ ਉਹ ਹੋਰ ਗਰੀਬ ਹੁੰਦਾ ਜਾ ਰਿਹਾ। ਉਹਨਾਂ ਕੋਲ ਦੋ ਕੀ ਹੁਣ ਇੱਕ ਜਿਹੜੇ ਸਮੇਂ ਦੀ ਜਿਹੜੀ ਡੰਗ ਦੀ ਰੋਟੀ ਹੈ ਉਹ ਵੀ ਨਸੀਬ ਨਹੀਂ ਹੋ ਪਾ ਰਹੀ। ਸੋ ਇੰਨੇ ਬੱਤਰ ਜਿਹੜੇ ਹਾਲਾਤ ਨੇ ਉਹ ਹੋ ਚੁੱਕੇ ਨੇ ਸਰਕਾਰਾਂ ਵੱਲੋਂ ਆਮ ਜਨਤਾ ਦੇ। ਪਰ ਸਰਕਾਰ ਫਿਰ ਵੀ ਕੀ ਕਲੇਮ ਕਰਦੀ ਹੈ ਕਿ ਸਾਡੇ ਦੇਸ਼ ਵਿੱਚ ਤਾਂ ਹਰ ਇੱਕ ਨੂੰ ਬੜਾ ਸਹੀ ਜਿਹੜਾ ਕੰਮ ਮਿਲ ਰਿਹਾ, ਵਧੀਆ ਪੈਸੇ ਮਿਲ ਰਹੇ ਨੇ, ਤੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ, ਕਿਉਂਕਿ ਸਾਡੇ ਦੇਸ਼ ਵਿੱਚ
ਟੂ ਮਚ ਡੈਮੋਕ੍ਰੇਸੀ ਹੈ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡਾ YouTube ਚੈਨਲ ਪੰਜਾਬ ਮਿਲ USA TV ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਵੈਲਿਊਬਲ ਕਮੈਂਟ ਤੁਸੀਂ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।